ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਸੁਖਦੀਪ ਕੌਰ ਸੰਧੂ। मैं हाँ संजीव यश खन्ना ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਸੋ WHO ਵਰਲਡ ਹੈਲਥ ਆਰਗੇਨਾਈਜੇਸ਼ਨ ਜਿਸਨੇ ਨਵਾਂ ਨਾਂ ਦਿੱਤਾ ਹੈ ਓਮਿਕਰੋਨ, ਕਿਸ ਨੂੰ ਕੋਰੋਨਾ ਦੇ ਨਵੇਂ ਵੇਰੀਐਂਟ 6 ਦੱਖਣੀ ਅਫਰੀਕਾ ਦੇ ਮੁਲਕ ਨੇ ਜਿੱਥੇ ਜ਼ਿਆਦਾ ਡਿਵੈਲਪ ਹੋ ਰਿਹਾ ਹੈ, ਇਸ ਕਰਕੇ ਪੂਰੀ ਦੁਨੀਆ ਨੂੰ ਸੁਚੇਤ ਹੋਣ ਦਾ ਉਹਨਾਂ ਨੇ ਐਡਵਾਈਜ਼ਰੀ ਦਿੱਤੀ ਹੈ। ਬਿਲਕੁਲ, ਕੈਨੇਡਾ, ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ, ਅਫਰੀਕਾ ਦੀਆਂ ਕੁਝ ਸਟੇਟਸ ਨੇ ਜਿੱਥੇ ਇਹ ਬਹੁਤ ਜ਼ਿਆਦਾ ਫੈਲ ਚੁੱਕਾ ਤੇ ਉਹਨਾਂ ਨੇ ਸੁਚੇਤ ਕਰਤਾ ਆਪਣੇ ਨਾਗਰਿਕਾਂ ਨੂੰ ਕਿ ਇਸ ਤੋਂ ਸੁਰੱਖਿਅਤ ਰਹਿਣਾ, ਕੀ ਢੰਗ ਤਰੀਕੇ ਅਪਣਾਉਣੇ ਨੇ, ਕਿਉਂਕਿ ਇਹ ਵੇਰੀਐਂਟ ਜਿਹੜਾ ਕਹਿੰਦੇ ਬਹੁਤ ਜ਼ਿਆਦਾ ਖਤਰਨਾਕ ਹੈ। ਕਰੋਨਾ ਤੋਂ ਲੋਕੀ ਡਰਦੇ ਸੀ ਤੇ ਹੁਣ ਆ ਗਿਆ ਉਹਦਾ ਬਾਪ ਓਮਿਕਰੋਨ ਜੀ। ਔਰ ਇਟਲੀ ਵੀ ਕਾਫੀ ਸੁਚੇਤ ਹੈ ਔਰ ਉਡਾਨਾਂ ਰੱਦ ਕੀਤੀਆਂ ਜਾ ਰਹੀਆਂ ਨੇ। ਹਾਲਾਂਕਿ ਪਹਿਲਾਂ ਜਿਹੜੀਆਂ ਡੋਜ਼ਸ ਦਿੱਤੀਆਂ ਵੀ ਗਈਆਂ ਨੇ ਸਾਰੀਆਂ ਕਰੋਨਾ ਨੂੰ ਲੈ ਕੇ, ਉਸ ਦੇ ਬਾਵਜੂਦ ਵੀ ਇਵਨ 2 ਡੋਜ਼ ਹੋਈਆਂ, ਫਿਰ 6 ਮਹੀਨੇ ਬਾਅਦ ਤੁਸੀਂ ਬੂਸਟਰ ਵੀ ਲੈ ਰਹੇ ਹੋ, ਤਾਂ ਵੀ ਦੇਖੋ ਓਮਿਕਰੋਨ ਉਸ ਤੋਂ ਵੀ ਜ਼ਿਆਦਾ ਖਤਰਨਾਕ ਹੈ। ਕਿਉਂ? ਇਹ ਵੇਰੀਐਂਟ ਹੈ ਕੀ ਹੈ, ਇਹਦੇ ਕੰਪੋਨੈਂਟਸ ਕੀ ਨੇ, ਹਜੇ ਇਹਦੇ ਬਾਰੇ ਰਿਸਰਚ ਹੋਣੀ ਹੈ। ਪਹਿਲਾਂ ਕਰੋਨਾ ਦੀ ਮੈਡੀਸਨ ਬਣਾਉਣ ਲੱਗੇ ਵੀ ਕਿੰਨੀ ਜ਼ਿਆਦਾ ਦਿੱਕਤ ਪੇਸ਼ ਆਈ ਸਾਨੂੰ ਸਾਰਿਆਂ ਨੂੰ, ਪੂਰੀ ਦੁਨੀਆ ਦੇ ਵਿੱਚ ਅਸੀਂ ਦੇਖਿਆ ਹੈ ਕਿਸ ਤਰ੍ਹਾਂ ਦੇਸ਼ਾਂ ਨੂੰ ਦਿੱਕਤ ਪੇਸ਼ ਆਈ ਹੈ। ਫਿਰ ਵੀ ਵੱਖ-ਵੱਖ ਕੰਟਰੀਜ਼ ਨੇ ਇਹ ਦਵਾਈਆਂ ਬਣਾਈਆਂ ਨੇ। ਸਾਡੇ ਭਾਰਤ ਨੇ ਵੀ 2 ਦਵਾਈਆਂ ਬਣਾਈਆਂ ਨੇ, ਕੋਵਿਸ਼ੀਲਡ ਬਣਾਈ ਹੈ, ਸੋ ਉਹ ਵੀ ਵਰਲਡ ਵਾਈਡ ਐਕਸੈਪਟ ਕੀਤੀ ਗਈ ਹੈ। ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਜਦੋਂ ਓਮਿਕਰੋਨ ਸਾਹਮਣੇ ਆਉਂਦਾ ਹੈ ਤਾਂ ਵਾਕਈ ਇਹ ਖਤਰੇ ਦੀ ਘੰਟੀ ਹੈ। ਬਿਲਕੁਲ, ਖਤਰੇ ਦੀ ਘੰਟੀ ਨੂੰ ਦੇਖਦੇ ਹੋਏ ਬਹੁਤ ਸਾਰੀਆਂ ਉਡਾਣਾਂ ਜਿਹੜੀਆਂ ਨੇ ਉਹ ਬੰਦ ਕੀਤੀਆਂ ਨੇ ਬਹੁਤ ਸਾਰੀਆਂ ਕੰਟਰੀਜ਼ ਨੇ। ਉੱਥੇ ਭਾਰਤ ਨੇ ਵੀ ਕਹਿ ਦਿੱਤਾ ਹੈ ਕਿ ਭਾਵੇਂ ਉਹਨਾਂ ਨੇ 15 ਦਸੰਬਰ ਤੋਂ ਜਿਹੜੀਆਂ ਉਡਾਣਾਂ ਸੀਗੀਆਂ ਸਾਰਿਆਂ ਮੁਲਕਾਂ ਦੇ ਵਾਸਤੇ ਖੋਲ ਦੇਣੀਆਂ ਸੀ, ਲੋਕਾਂ ਨੂੰ ਇੱਕ ਸੁੱਖ ਦਾ ਸਾਹ ਮਿਲਣ ਵਾਲਾ ਸੀਗਾ। ਸੋ ਹੁਣ ਇਸ ਚੀਜ਼ ਨੂੰ ਦੇਖਦੇ ਹੋਏ, ਓਮਿਕਰੋਨ ਨੂੰ ਦੇਖਦੇ ਹੋਏ ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਇਹਨਾਂ ਉਡਾਣਾਂ ਨੂੰ ਵੀ ਠੱਲ ਨਾ ਪੈ ਜਾਵੇ। ਦੇਖੋ, ਚਾਈਨਾ ਦੀ ਧਰਤੀ ਤੋਂ ਚੱਲਿਆ ਹੈ ਸਨ 2019 ਦੇ ਵਿੱਚ ਔਰ ਪੂਰੇ 2 ਸਾਲ ਹੋ ਗਏ ਪੂਰੀ ਦੁਨੀਆ ਵਿੱਚ ਕਹਿਰ ਮਚਾਇਆ ਹੋਇਆ ਹੈ ਇਸਨੇ। ਇੱਥੋਂ ਤੱਕ ਕਿ ਜਾਨਵਰਾਂ ਦੇ ਵਿੱਚ ਵੀ ਪਾਇਆ ਜਾ ਰਿਹਾ ਹੈ, ਆਸਟ੍ਰੇਲੀਆ ਦੇ ਵਿੱਚ, ਅਮਰੀਕਾ ਦੇ ਵਿੱਚ, ਇੱਥੋਂ ਤੱਕ ਕਹਿੰਦੇ ਨੇ ਕਿ ਚਿੜੀਆ ਘਰ ਦੇ ਜਾਨਵਰਾਂ ਦੇ ਵਿੱਚ ਵੀ ਪਾਇਆ ਗਿਆ। ਹੁਣ ਦੇਖੋ, ਜੇ ਉੱਥੋਂ ਵੀ ਬਿਲਕੁਲ ਫੈਲ ਸਕਦਾ ਹੈ ਤਾਂ ਇਨਸਾਨ ਕਿਤੇ ਵੀ ਸੁਰੱਖਿਅਤ ਨਹੀਂ ਹੈ। ਤੇ ਭਾਰਤ ਦੀਆਂ ਉਡਾਨਾਂ ਬਾਕੀ ਜਿਹੜੀਆਂ 15 ਦਸੰਬਰ ਤੋਂ ਸ਼ੁਰੂ ਹੋਣੀਆਂ ਸੀ, ਤਾਂ ਇਹ ਸਭ ਦੇਖਦੇ ਹੋਏ ਜੋ ਓਮਿਕਰੋਨ ਦੀ ਸਥਿਤੀ ਹੈ, ਪੂਰੀਆਂ ਸਟੇਟਸ ਨੂੰ ਅਲਰਟ ਕੀਤਾ ਗਿਆ ਹੈ। ਨਾਲ ਦੀ ਨਾਲ ਆਪਣੀਆਂ ਉਡਾਨਾਂ ਦੇ ਵਾਸਤੇ ਵੀ ਅਲਰਟ ਕੀਤਾ ਗਿਆ ਕਿ ਅਸੀਂ ਦੇਖਾਂਗੇ। ਔਰ ਦੂਸਰਾ ਜਿਹੜਾ ਹੈ ਕਰੋਨਾ ਟੈਸਟ, ਉਹਦੇ ਵਾਸਤੇ ਵੀ ਖਾਸ ਨਿਰਦੇਸ਼ ਜਾਰੀ ਹੋਣ ਵਾਲੇ ਨੇ। ਜਿੱਦਾਂ ਇਹ ਵੀ ਪਤਾ ਚੱਲਿਆ ਹੈ ਕਿ ਜੇ ਤੁਸੀਂ ਇਹਨਾਂ ਦੇਸ਼ਾਂ ਤੋਂ ਆਉਂਦੇ ਹੋ, ਭਾਰਤ ਐਂਟਰੀ ਕਰਦੇ ਹੋ, ਤਾਂ ਤੁਹਾਨੂੰ 8 ਦਿਨ ਬਾਅਦ ਜਿਹੜਾ ਹੈ ਦੁਬਾਰਾ ਟੈਸਟ ਕਰਾਉਣਾ ਪਏਗਾ। ਯਾਨੀ ਕਿ ਭਾਰਤ ਨੂੰ ਵੀ ਕਿਤੇ ਨਾ ਕਿਤੇ ਖਤਰਾ ਲੱਗ ਰਿਹਾ, ਜੋ ਕਿ ਅਫਰੀਕਾ ਤੋਂ ਕਿਤੋਂ ਆ ਰਿਹਾ ਜਾਂ ਫਿਰ ਹੋਰ ਕਿਸੇ ਕੰਟਰੀ ਤੋਂ ਘੁੰਮ ਕੇ ਆ ਰਿਹਾ। ਕਿਤੇ ਨਾ ਕਿਤੇ ਇਹ ਵੇਰੀਐਂਟ ਜਿਹੜਾ ਓਮਿਕਰੋਨ ਦਾ ਹੈ ਭਾਰਤ ਦੇ ਵਿੱਚ ਐਂਟਰ ਨਾ ਹੋ ਜਾਵੇ, ਉਸ ਨੂੰ ਦੇਖਦੇ ਹੋਏ 8 ਦਿਨ ਬਾਅਦ ਫਿਰ ਤੋਂ ਟੈਸਟ ਕਰਾਉਣਾ ਪਏਗਾ। ਬਿਕੋਜ਼ ਇੰਨਾ ਟੀਕਾਕਰਨ ਹਜੇ ਹੋ ਨਹੀਂ ਪਾ ਰਿਹਾ ਜਿੰਨਾ ਸਾਡੀ ਭਾਰਤ ਦੀ ਆਬਾਦੀ ਹੈ, ਜਿੰਨੀ ਅਵੇਲੇਬਿਲਿਟੀ ਹੈ ਸਾਡੇ ਕੋਲ ਡੋਜ਼ਸ ਦੀ, ਔਰ ਨਾਲ ਓਮਿਕਰੋਨ ਦਾ ਖਤਰਾ। ਇਹਦਾ ਮਤਲਬ ਹੈ ਵਾਕਈ ਖਤਰੇ ਦੀ ਘੰਟੀ ਹੈ। ਸਾਨੂੰ ਖੁਦ ਵੀ ਇਹਤਿਆਤ ਰੱਖਣੀ ਚਾਹੀਦੀ ਹੈ। ਹੋ ਸਕਦਾ ਹੈ ਛੂਤ ਦੇ ਰੋਗ ਵਾਕਰ ਫੈਲੇ, ਹੋ ਸਕਦਾ ਹੈ ਇੱਕ ਦੂਜੇ ਨੂੰ ਟੱਚ ਕਰਕੇ ਫੈਲੇ, ਪਤਾ ਨਹੀਂ ਹੈ ਇਸ ਦਾ ਰੂਪ ਕੀ ਹੋਏਗਾ। ਪਰ ਜੋ ਵੀ ਹੈ ਸਾਨੂੰ ਅਲਰਟ ਹੋਣਾ ਚਾਹੀਦਾ ਹੈ। ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਕਿ ਅਲਾਰਮਿੰਗ ਸਿਚੁਏਸ਼ਨ ਹੈ, ਰੈਡ ਅਲਰਟ ਜਾਰੀ ਹੈ। ਬਿਲਕੁਲ, ਓਮਿਕਰੋਨ ਨੇ ਸਾਰਿਆਂ ਦੇ ਅੰਦਰ ਇੱਕ ਕਹਿੰਦੇ ਘੰਟੀ ਖਟਖਟਾ ਦੀ ਹੈ ਕਿ ਟਨ 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 ਮੈਂ ਆ ਰਿਹਾ, ਸਾਰੇ ਅਲਰਟ ਹੋ ਜਾਓ। ਇਹ ਸਾਰੇ ਦੇਸ਼ਾਂ ਨੇ ਕਹਿ ਦਿੱਤਾ, ਸਾਰੇ ਪਾਸੇ। ਹੁਣ ਕੈਨੇਡਾ ਦੇ ਵਿੱਚ ਵੀ ਇਹ ਹੈ ਕਿ ਐਂਟਰੀਜ਼ ਜਿਹੜੀਆਂ ਨੇ ਉਹ ਬੰਦ ਕਰ ਦਿੱਤੀਆਂ ਨੇ ਬਾਕੀ ਦੇਸ਼ਾਂ ਤੋਂ। ਅਮਰੀਕਾ ਦੇ ਵੀ ਜਿਹੜੇ ਬਾਈਡਨ ਸਾਹਿਬ ਨੇ ਉਹਨਾਂ ਨੇ ਵੀ ਕਹਿ ਦਿੱਤਾ ਹੈ ਕਿ ਇਹਨਾਂ ਦੇਸ਼ਾਂ ਦੇ ਵਿੱਚ ਐਂਟਰੀ ਨਹੀਂ ਹੋਏਗੀ ਤੇ ਇੱਥੇ ਕੋਈ ਜਾਏਗਾ ਤਾਂ ਉਹਨੂੰ ਫਿਰ ਵਾਪਸ ਵੀ ਨਹੀਂ ਬੁਲਾਇਆ ਜਾਏਗਾ। ਬਹੁਤ ਸਾਰੇ ਪਾਸਿਓਂ ਜਿਹੜੀਆਂ ਨੇ ਉਹ ਗੱਲਾਂ ਨਿਕਲ ਕੇ ਆ ਰਹੀਆਂ ਨੇ ਕਿ ਓਮਿਕਰੋਨ ਆ ਰਿਹਾ, ਉਸ ਤੋਂ ਕਿਵੇਂ ਬਚਣਾ। ਦੇਖੋ, ਅਸੀਂ ਕਿੰਨੇ ਖੁਸ਼ ਸੀ ਕਿ ਸਭ ਕੁਝ ਖੁੱਲਣ ਜਾ ਰਿਹਾ ਹੈ, ਫਲਾਈਟਸ ਸ਼ੁਰੂ ਹੋ ਗਈ ਨੇ, ਦੇਸ਼ਾਂ ਨੇ ਆਪਣੇ ਗੇਟ ਖੋਲ ਦਿੱਤੇ ਨੇ। ਹਾਂ, ਇਨਸਟਰਕਸ਼ਨਸ ਜ਼ਰੂਰ ਨੇ ਕਿ ਟੈਸਟ ਹੋਏ ਹੋਣ, ਦੋਵੇਂ ਡੋਜ਼ਸ ਲਿੱਤੀਆਂ ਹੋਣ, ਕਿਤੇ ਬੂਸਟਰ ਦੀ ਵੀ ਗੱਲ ਹੈ, ਤੁਹਾਡੀ ਰਿਪੋਰਟ ਵੀ ਨੈਗੇਟਿਵ ਹੋਣੀ ਚਾਹੀਦੀ ਹੈ। ਕਿਤੇ ਨਾ ਕਿਤੇ ਕੁਆਰੰਟਾਈਨ ਨੂੰ ਵੀ ਉਹਨਾਂ ਨੇ ਪਿੱਛੇ ਹਟਾ ਦਿੱਤਾ ਕਿ ਕੋਈ ਗੱਲ ਨਹੀਂ, ਜੇ ਇਹਨਾਂ ਦੇਸ਼ਾਂ ਤੋਂ ਆ ਰਹੇ ਹੋ ਤਾਂ ਇਕਾਂਤਵਾਸ ਵਿੱਚ ਜਾਣ ਦੀ ਕੋਈ ਲੋੜ ਨਹੀਂ। ਫਿਰ ਵੀ ਅਸੀਂ ਜਿੰਨੇ ਖੁਸ਼ ਹੋ ਰਹੇ ਸੀ ਓਮਿਕਰੋਨ ਕਰਕੇ, ਉਹਨੇ ਫਿਰ ਉਦਾਸ ਹੋਣ ਜਾ ਰਹੇ ਹਾਂ ਕਿ ਪਤਾ ਨਹੀਂ ਕੀ ਹੋਏਗਾ। ਇਕਨੋਮੀ ਠੱਪ ਹੈ, ਬਿਜ਼ਨਸ ਠੱਪ ਨੇ, ਸਿਹਤ ਸੁਵਿਧਾਵਾਂ ਦਾ ਜੋ ਹਾਲ ਹੈ ਅਸੀਂ ਦੇਖ ਰਹੇ ਹਾਂ, ਔਰ ਲੋਕਾਂ ਦੀ ਇਨਕਮ ਦਾ ਜੋ ਹਾਲ ਹੈ ਅਸੀਂ ਦੇਖ ਰਹੇ ਹਾਂ, ਮਹਿੰਗਾਈ ਦਾ ਜੋ ਹਾਲ ਹੈ ਅਸੀਂ ਦੇਖ ਰਹੇ ਹਾਂ, ਸਾਡੇ ਦੇਸ਼ ਦੀ ਇਕਨੋਮੀ ਦਾ ਜੋ ਹਾਲ ਹੈ ਅਸੀਂ ਦੇਖ ਰਹੇ ਹਾਂ। ਪੂਰੀ ਦੁਨੀਆ ਦੀ ਇਕਨੋਮੀ ਹਿੱਲੀ ਪਈ ਹੈ, ਪੂਰਾ ਲਾਈਫ ਸਟਾਈਲ ਹਿੱਲਿਆ ਪਿਆ ਹੈ। ਪੂਰਾ ਲਾਈਫ ਸਟਾਈਲ ਹਿੱਲਿਆ ਪਿਆ, ਪੂਰੀ ਲਾਈਫ ਹਿੱਲੀ ਪਈ ਹੈ। ਸੋ ਹਰ ਚੀਜ਼ ਰਿਸਕ ਤੇ ਹੈ। ਉਹਨੇ ਓਮਿਕਰੋਨ ਔਰ WHO ਨੇ ਖਾਸ ਤੌਰ ਤੇ ਕਿਹਾ ਹੈ ਕਿ ਇਹ ਬਿਲਕੁਲ ਅਲਾਰਮਿੰਗ ਸਿਚੁਏਸ਼ਨ ਹੈ, ਇਸ ਕਰਕੇ ਕੋਈ ਰਿਸਕ ਨਹੀਂ, ਕਿਸੇ ਤਰ੍ਹਾਂ ਦੀ ਕੋਈ ਜਿਹਨੂੰ ਕਹਿੰਦੇ ਨੇ ਸਹੂਲੀਅਤ ਵਿੱਚ ਕਮੀ ਨਹੀਂ ਹੋਣੀ ਚਾਹੀਦੀ। ਹਰ ਤਰ੍ਹਾਂ ਨਾਲ ਤੁਸੀਂ ਆਪਣੇ ਸਿਟੀਜ਼ਨਸ ਦਾ ਖਿਆਲ ਰੱਖੋ, ਆਪਣੇ ਦੇਸ਼ ਵਾਸੀਆਂ ਦਾ ਖਿਆਲ ਰੱਖੋ, ਕਿਉਂਕਿ ਇੱਕ ਥਾਂ ਤੋਂ ਸ਼ੁਰੂ ਹੋਏਗਾ। ਜਿੱਦਾਂ ਪਹਿਲਾਂ ਕਰੋਨਾ ਇੱਕ ਥਾਂ ਤੋਂ ਸ਼ੁਰੂ ਹੋਇਆ ਸੀ ਤੇ ਫੈਲ ਗਿਆ ਇੰਨਾ, ਤੇ ਕਿਤੇ ਵੀ ਕੁਝ ਵੀ ਹੋ ਸਕਦਾ ਹੈ। ਜੋ ਨਵਾਂ ਵੇਰੀਐਂਟ ਹੈ ਉਹ ਜ਼ਿਆਦਾ
ਤਾਕਤਵਰ ਜ਼ਰੂਰ ਹੋਏਗਾ, ਕਿਉਂਕਿ ਇਹ ਵੀ ਇੱਕ ਤਰ੍ਹਾਂ ਦਾ ਜਰਾਸੀਮ ਹੀ ਹੁੰਦਾ ਹੈ, ਪਹਿਲੇ ਨਾਲੋਂ ਜ਼ਿਆਦਾ ਤਾਕਤ ਨਾਲ ਅਟੈਕ ਕਰਦਾ ਹੈ। ਬਿਲਕੁਲ, ਤਾਂ ਹੀ ਤਾਂ ਦੱਖਣੀ ਅਫਰੀਕਾ ਦੇ ਵਿੱਚ ਕਹਿੰਦੇ ਬਹੁਤ ਸਾਰੇ ਕੇਸਿਸ ਇਹਦੇ ਨਿਕਲ ਕੇ ਆ ਰਹੇ ਆ, ਸੋ ਉਹਨੂੰ ਜ਼ਿਆਦਾ ਹਾਈਲਾਈਟ ਕੀਤਾ ਜਾ ਰਿਹਾ ਕਿਉਂਕਿ ਦੱਖਣੀ ਅਫਰੀਕਾ ਦੇ ਵਿੱਚ ਫੈਲਿਆ ਤੇ ਇੰਜ ਲੱਗਦਾ ਹੈ ਕਿ ਕਿਤੇ ਚੀਨ ਦੇ ਵਾਂਗ ਇਹ ਨਾ ਹੋਵੇ ਕਿ ਦੱਖਣੀ ਅਫਰੀਕਾ ਨੂੰ ਹੁਣ ਨਾ ਮਿਲ ਜੇ ਕਿ ਓਮਿਕਰੋਨ ਇੱਥੋਂ ਹੀ ਨਿਕਲ ਕੇ ਸਾਰੇ ਪਾਸੇ ਦਾਖਲ ਹੋ ਰਿਹਾ। ਕੁਝ ਵੀ ਹੋ ਸਕਦਾ ਹੈ, ਇਸ ਕਰਕੇ ਸਾਨੂੰ ਸਾਰਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ, ਕਿਉਂਕਿ ਇਹਦਾ ਕੁਝ ਨਹੀਂ ਪਤਾ ਕਿ ਕੀ ਹੋਏਗਾ ਤੇ ਕੀ ਨਹੀਂ ਹੋਏਗਾ, ਕਿਉਂਕਿ ਜਿੱਦਾਂ ਕਹਿੰਦੇ ਨੇ ਨਾ ਕਿ ਸਾਵਧਾਨੀ ਦੇ ਵਿੱਚ ਹੀ ਸੁਰੱਖਿਆ ਹੈ। ਸਾਵਧਾਨ ਰਹੋ, ਹਮੇਸ਼ਾ ਆਪਣਾ ਖਿਆਲ ਰੱਖੋ, ਔਰ ਜਿਸ ਤਰ੍ਹਾਂ ਤੁਹਾਨੂੰ ਮੈਡੀਕਲ ਐਕਸਪਰਟਸ ਕਹਿੰਦੇ ਨੇ ਉਹਦੇ ਮੁਤਾਬਿਕ ਹੀ ਪੂਰੀ ਤਿਆਰੀ ਕਰੋ ਤੇ ਆਪਣਾ ਤੇ ਆਪਣੇ ਪਰਿਵਾਰ ਦਾ, ਆਪਣੇ ਆਂਢ ਗੁਆਂਢ ਦਾ, ਪੂਰੇ ਸਮਾਜ ਦਾ, ਪੂਰੇ ਦੇਸ਼ ਦਾ ਪੂਰਾ ਧਿਆਨ ਰੱਖੋ। ਜੇ ਪਾਬੰਦੀਆਂ ਲੱਗ ਗਈਆਂ ਨੇ ਤੇ ਸਾਊਦੀ ਅਰਬੀਆ ਨੇ 2 ਦੇਸ਼ ਪਾਕਿਸਤਾਨ ਤੇ ਭਾਰਤ ਦੇ ਸਮੇਤ 6 ਦੇਸ਼ਾਂ ਤੋਂ ਪਾਬੰਦੀ ਹਟਾ ਦਿੱਤੀ ਹੈ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਇਸ ਚੀਜ਼ ਦਾ ਵਿਸ਼ਵਾਸ ਹੈ ਕਿ ਇਹ ਦੇਸ਼ ਪੂਰਾ ਖਿਆਲ ਰੱਖਦੇ ਨੇ ਔਰ ਮੈਡੀਕੇਸ਼ਨ ਹੋ ਰਹੀ ਹੈ, ਬਲਕਿ ਉਹਨਾਂ ਦੇ ਟੈਸਟ ਤਾਂ ਜ਼ਰੂਰ ਹੋਣਗੇ ਤਾਂ ਹੀ ਉਹ ਐਂਟਰੀ ਮਿਲੇਗੀ। ਔਰ ਉਸ ਤੋਂ ਇਲਾਵਾ ਦੇਖਿਆ ਵੀ ਜਾਵੇ ਤਾਂ ਸਾਡੇ ਕਾਫੀ ਪੰਜਾਬੀ, ਕਾਫੀ ਭਾਰਤੀ ਸਾਊਦੀ ਅਰੇਬੀਆ ਜਾ ਕੇ ਵਸੇ ਹੋਏ ਨੇ, ਔਰ ਜ਼ਿਆਦਾ ਵਸੋਂ ਸਾਡੀ ਉਹ ਲੱਗਦੀ ਹੈ ਕਈ ਵਾਰ ਕਿਉਂਕਿ ਇੰਨੇ ਜ਼ਿਆਦਾ ਐਕਟਿਵ ਨੇ ਬਿਜ਼ਨਸ ਦੇ ਵਿੱਚ, ਜ਼ਿਆਦਾ ਇਕਨੋਮੀ ਨੂੰ ਜਿਹੜੀ ਸਪੋਰਟ ਹੈ ਸਾਊਦੀ ਅਰੇਬੀਆ ਦੀ ਇਕਨੋਮੀ ਨੂੰ ਉਹ ਭਾਰਤ ਵਾਸੀਆਂ ਤੋਂ ਹੈ ਤੇ ਭਾਰਤ ਵਾਸੀਆਂ ਨੇ ਕਾਫੀ ਜ਼ਿਆਦਾ ਸਪੋਰਟ ਕੀਤਾ, ਇਸ ਕਰਕੇ ਕਿਉਂਕਿ ਇੱਥੋਂ ਦੇ ਜਿਹੜੇ ਵਰਕਰਸ ਨੇ ਜਾਂ ਸਟੂਡੈਂਟਸ ਨੇ ਕਾਫੀ ਟੈਲੈਂਟਡ ਨੇ ਔਰ ਉਹਨਾਂ ਨੂੰ ਸਕਿੱਲਫੁਲ ਵਰਕਰਸ ਚਾਹੀਦੇ ਨੇ। ਹਾਲਾਂਕਿ ਉਹਨਾਂ ਦੇ ਜਿਹੜੇ ਆਪਣੇ ਵਰਕਰਸ ਵੀ ਨੇ, ਕਈ ਵਾਰ ਉੱਥੇ ਵੀ ਇਹ ਗੱਲ ਹੁੰਦੀ ਹੈ ਕਿ ਸਾਨੂੰ ਜੌਬਸ ਨਾ ਦੇ ਕੇ ਤੁਸੀਂ ਜੋ ਬਾਹਰੋਂ ਮਾਈਗ੍ਰੇਟ ਹੋ ਕੇ ਆਉਂਦੇ ਨੇ ਉਹਨਾਂ ਨੂੰ ਜੌਬਸ ਦਿੰਦੇ ਹੋ, ਪਰ ਉਹਦਾ ਇੱਕ ਰੀਜ਼ਨ ਹੈ ਕਿਉਂਕਿ ਜਿਹੜੇ ਉਹ ਉੱਥੋਂ ਦੇ ਵਸੋਂ ਹੈ ਉਹ ਲੋਕ ਇੰਨੇ ਸਕਿੱਲਫੁਲ ਨਹੀਂ ਹੈਗੇ। ਹਾਂ, ਇੰਡੀਅਨਸ ਦੇ ਜਾਣ ਤੋਂ ਬਾਅਦ ਉਹ ਸਕਿੱਲਫੁਲ ਜ਼ਰੂਰ ਹੋ ਰਹੇ ਨੇ, ਇਸ ਕਰਕੇ ਸਾਊਦੀ ਅਰੇਬੀਆ, ਪਾਕਿਸਤਾਨ, ਭਾਰਤ ਹੋਰ 6 ਮੁਲਕਾਂ ਨੂੰ ਜ਼ਰੂਰ ਐਂਟਰੀ ਦੇ ਰਿਹਾ ਹੈ। ਇਸ ਚੀਜ਼ ਨੂੰ ਖਿਆਲ 'ਚ ਰੱਖਦੇ ਹੋਏ ਕਿ ਅੱਜ ਜੋ ਹੈ ਉਹਨਾਂ ਦਾ ਬਿਜ਼ਨਸ ਸਿਨੈਰੀਓ ਕਾਫੀ ਡਾਵਾਡੋਲ ਹੈ, ਹੋ ਸਕਦਾ ਹੈ ਕਿ ਇਹਨਾਂ ਦੇ ਆਉਣ ਨਾਲ ਸਾਨੂੰ ਫਾਇਦਾ ਹੋਵੇ। ਜੇ ਸਾਊਦੀ ਅਰੇਬੀਆ ਨੂੰ ਮੈਨੂੰ ਲੱਗ ਰਿਹਾ ਹੈ ਕਿ ਭਾਰਤ ਦੇ ਜਿਹੜੇ ਸਿਟੀਜ਼ਨ ਨੇ, ਭਾਰਤ ਦੇ ਜਿਹੜੇ ਰਹਿਣ ਵਾਲੇ ਨੇ, ਬੱਚੇ ਨੇ, ਉਹ ਸਾਡੇ ਦੇਸ਼ ਦੇ ਵਿੱਚ ਆ ਕੇ ਕਿਤੇ ਨਾ ਕਿਤੇ ਸੁਧਾਰ ਕਰ ਦੇਣਗੇ। ਉੱਥੇ ਹੀ ਕੈਨੇਡੀਅਨ ਇਮੀਗ੍ਰੇਸ਼ਨ ਨੇ ਵੀ ਕਹਿ ਦਿੱਤਾ ਹੈ ਕਿ ਜਿਹੜੇ ਬੱਚੇ ਨੇ ਉਹ ਆਪਣੇ ਦੇਸ਼ ਦੇ ਵਿੱਚ ਹੀ ਆਨਲਾਈਨ ਸਟੱਡੀ ਕਰਕੇ ਸਾਡੇ ਕੋਲੋਂ ਓਪਨ ਵਰਕ ਪਰਮਿਟ ਜਿਹੜਾ ਲੈ ਸਕਦੇ ਨੇ। ਬਿਲਕੁਲ, ਕੈਨੇਡਾ ਪਹਿਲਾਂ ਅਮਰੀਕਾ ਵੀ ਸੀ, ਉੱਥੇ ਵੀ ਸਟੱਡੀ ਸਾਡਾ ਹੱਬ ਵੀ ਮੰਨਿਆ ਜਾਂਦਾ ਸੀ, ਔਰ ਪਹਿਲੇ ਨੰਬਰ ਤੇ ਚਾਈਨਾ ਹੈ ਜੋ ਅਮਰੀਕਾ ਦੇ ਵਿੱਚ ਸਟੱਡੀ ਕਰਨ ਜਾਂਦੇ ਨੇ ਬੱਚੇ, ਔਰ ਦੂਸਰੇ ਨੰਬਰ ਤੇ ਸਾਡਾ ਭਾਰਤ ਆਂਦਾ ਹੈ। ਕਾਫੀ ਜ਼ਿਆਦਾ ਉਹਨਾਂ ਨੂੰ ਆਪਣੇ ਆਪ ਨੂੰ ਪੋਟੈਂਸ਼ੀਅਲ ਲੱਗਦਾ ਹੈ ਕਿ ਅਸੀਂ ਅਮਰੀਕਾ ਦੇ ਵਿੱਚ ਜਾ ਕੇ ਅੱਛੀ ਸਟੱਡੀ ਕਰਕੇ ਉੱਥੇ ਅੱਛਾ ਸੈਟਲਮੈਂਟ ਹੋ ਸਕਦਾ ਹੈ, ਅੱਛੇ ਪੈਕੇਜ ਨੇ ਨਾਲ। ਹੁਣ ਕੈਨੇਡਾ ਨੇ ਵੀ ਖੋਲਿਆ ਹੈ, ਬਲਕਿ ਦੋਨਾਂ ਦਾ ਸਿਸਟਮ ਥੋੜਾ ਇਸ ਤਰ੍ਹਾਂ ਦਾ ਹੈ ਕਿ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਜੋ ਤੁਹਾਨੂੰ ਐਂਟਰੀ ਦੇਣੀ ਹੈ ਸਿੱਧੀ ਡਾਇਰੈਕਟ ਇੰਟਰਵਿਊ ਹੈ, ਔਰ ਤੁਸੀਂ ਇੰਟਰਵਿਊ ਦੇ ਵਿੱਚ ਸੈਟੀਸਫਾਈ ਕਰਦੇ ਹੋ, ਉਹਨਾਂ ਇੰਟਰਵਿਊ ਲੈਣ ਵਾਲਿਆਂ ਨੂੰ ਪਰਮਿਟ ਓਪਨ, ਠੀਕ ਹੈ, ਵੀਜ਼ਾ ਲੱਗ ਗਿਆ। ਤੇ ਜਿਹੜਾ ਕੈਨੇਡਾ ਹੈ ਉੱਥੇ ਥੋੜਾ ਪੇਪਰ ਵਰਕ ਜ਼ਿਆਦਾ ਹੁੰਦਾ ਹੈ, ਔਰ ਕਈ ਵਾਰ ਇਹ ਵੀ ਦੇਖਿਆ ਜਾਂਦਾ ਕਿ ਪੈਕੇਜ ਕਿੰਨੇ ਸਟੱਡੀ ਦੇ ਔਰ ਖਰਚੇ ਕਿੰਨੇ ਹੋਣੇ ਨੇ, ਪਰ ਜਦੋਂ ਆਨਲਾਈਨ ਹੋ ਕੇ ਤੁਹਾਨੂੰ ਵਰਕ ਪਰਮਿਟ ਮਿਲ ਰਿਹਾ ਹੈ, ਦੈਟਸ ਅ ਗੁੱਡ ਸਾਈਨ। ਔਰ ਨਾਲ ਦੀ ਨਾਲ ਅਸੀਂ ਦੇਖਦੇ ਹਾਂ ਜਰਮਨੀ ਨੇ ਵੀ ਕਾਫੀ ਖੋਲਿਆ ਹੈ ਸਟੱਡੀਜ਼ ਵਾਸਤੇ ਕਿ ਤੁਸੀਂ ਜਰਮਨੀ ਦੇ ਵਿੱਚ ਵੀ ਸਟੱਡੀ ਕਰਕੇ ਉੱਥੇ ਵੀ ਸੈਟਲ ਹੋ ਸਕਦੇ ਹੋ। ਇਨ ਨਟਸ਼ੈਲ ਕਿ ਜੋ ਭਾਰਤ ਦਾ ਟੈਲੈਂਟ ਹੈ ਉਸ ਨੂੰ ਹਰ ਜਗ੍ਹਾ ਕਦਰ ਮਿਲ ਰਹੀ ਹੈ ਔਰ ਸਭ ਇਤੇ ਵਿਸ਼ਵਾਸ ਕਰਦੇ ਨੇ। ਜੋ ਇੰਡੀਅਨ ਬ੍ਰੇਨ ਹੈ ਨਾ, ਉਹ ਕਹਿੰਦੇ ਨੇ ਕਿ ਆ ਕੇ ਕਿਤੇ ਨਾ ਕਿਤੇ ਸਾਨੂੰ ਪੂਰੀ ਸਪੋਰਟ ਦੇਗਾ, ਜਿਹਦੇ ਨਾਲ ਸਾਡੇ ਆਪਣੇ ਬੱਚੇ ਵੀ ਅੱਗੇ ਆਣਗੇ, ਕਿਉਂਕਿ ਹਰ ਇੱਕ ਦੇਸ਼ ਇਹੀ ਚਾਹੁੰਦਾ ਹੈ ਜੇ ਕੋਈ ਦੂਸਰੇ ਦੇਸ਼ ਤੋਂ ਸਾਡੇ ਦੇਸ਼ ਦੇ ਵਿੱਚ ਆ ਰਿਹਾ ਹੈ ਤਾਂ ਸਾਡੀ ਇਕਨੋਮੀ ਨੂੰ ਜਿਹੜਾ ਹੈ ਉਹ ਰਾਈਜ਼ ਹੋਣੀ ਚਾਹੀਦੀ ਹੈ। ਜੇ ਸਾਡੀ ਇਕਨੋਮੀ ਦੇ ਵਿੱਚ ਫਰਕ ਪੈਂਦਾ ਹੈ, ਅਸੀਂ ਚੰਗਾ ਪੈਸਾ ਕਮਾ ਰਹੇ ਹਾਂ, ਜੇ ਅਸੀਂ ਅਮਰੀਕਾ ਜਾਂਦੇ ਹਾਂ, ਜੇ ਉਹਨਾਂ ਨੂੰ ਸਾਡੇ ਜਾਣ ਦੇ ਨਾਲ ਕੋਈ ਫਰਕ ਪੈਂਦਾ ਹੈ ਤਾਂ ਫਿਰ ਉਹਨਾਂ ਨੂੰ ਜ਼ਿਆਦਾ ਲੋਕ ਬੁਲਾਉਣੇ ਜਿਹੜੇ ਆ ਉਹ ਚੰਗੇ ਲੱਗਦੇ ਨੇ, ਕਿਉਂਕਿ ਜਿਹੜਾ ਉਹਨਾਂ ਨੂੰ ਵਧੀਆ ਕੰਮ ਦੇਗਾ, ਉਹਨਾਂ ਦੀ ਇਕਨੋਮੀ ਦੇ ਵਿੱਚ ਰਾਈਜ਼ ਕਰੇਗਾ, ਉਹ ਚੀਜ਼ ਉਹਨਾਂ ਨੂੰ ਚੰਗੀ ਲੱਗੇਗੀ। ਆਸਟ੍ਰੇਲੀਆ ਵੀ ਕਾਫੀ ਜ਼ਿਆਦਾ ਦੇ ਰਿਹਾ ਹੈ ਭਾਰਤ ਨੂੰ ਸਹੂਲਤਾਂ ਦੇ ਰਿਹਾ ਹੈ। ਹੁੰਦਾ ਕੀ ਹੈ ਕਿ ਅੱਜ ਕੱਲ ਦਾ ਜੋ ਜ਼ਮਾਨਾ ਹੈ ਨਾ, ਉਹ ਸਟੱਡੀ ਦਾ ਡਿਜ਼ਾਈਨ ਹੀ ਇਹ ਹੈ, ਸਿਲੇਬਸ ਦਾ ਡਿਜ਼ਾਈਨ ਹੀ ਇਹ ਹੈ ਕਿ ਇਸ ਤਰ੍ਹਾਂ ਦੇ ਬੱਚੇ ਪੈਦਾ ਕਰੋ ਜੋ ਜੀਡੀਪੀ ਨੂੰ ਵਧਾ ਸਕਣ, ਜੋ ਇਕਨੋਮੀ ਨੂੰ ਸਪੋਰਟ ਕਰ ਸਕਣ, ਕਿਉਂਕਿ ਅੱਜ ਦੀ ਜੋ ਦੁਨੀਆ ਹੈ ਇਕਨੋਮੀ ਦੀ ਹੀ ਦੁਨੀਆ ਹੈ। ਇਕਨੋਮਿਕ ਵਾਰਸ ਹੁੰਦੀਆਂ ਨੇ ਕਿ ਇੱਕ ਦੇਸ਼ ਦੂਸਰੇ ਦੇਸ਼ ਨੂੰ ਇਕਨੋਮਿਕ ਵਾਰ ਦੇ ਵਿੱਚ ਹਰਾਉਂਦਾ ਹੈ ਤਾਂ ਉਸ ਨੂੰ ਕਮਜ਼ੋਰ ਕਰਦਾ ਹੈ। ਸੋ ਗੱਲ ਸਾਰੀ ਇਕਨੋਮੀ ਦੀ ਹੈ, ਬਲਕਿ ਸਾਡੇ ਜੋ ਬਜ਼ੁਰਗ ਕਹਿੰਦੇ ਸੀ ਨਾ, ਜਿਨ੍ਹਾਂ ਦੇ ਘਰ ਦਾਣੇ ਉਹਨਾਂ ਦੇ ਕਮਲੇ ਵੀ ਸਿਆਣੇ। ਸੋ ਦਾਣੇ ਭਰਨ ਦੀ ਸਭ ਨੂੰ ਹੋੜ ਲੱਗੀ ਹੋਈ ਹੈ ਕਿ ਵੱਧ ਤੋਂ ਵੱਧ ਐਸਾ ਟੈਲੈਂਟ ਸਾਡੇ ਕੋਲ ਆਵੇ, ਸਾਡੀ ਇਕਨੋਮੀ ਜ਼ਰੂਰ ਮਜ਼ਬੂਤ ਹੋਵੇ। ਤਾਂ ਇੰਡੀਅਨਸ ਦੇ ਉੱਤੇ ਕਾਫੀ ਜ਼ਿਆਦਾ ਡਿਪੈਂਡ ਵਿਸ਼ਵਾਸ ਕਰਦੇ ਨੇ ਬਾਕੀ ਕੰਟਰੀਜ਼ ਕਿ ਉਹ ਇੱਕ ਅੱਛੇ ਇੰਟੈਲੀਜੈਂਟ ਲੋਕ ਨੇ, ਉਹ ਇੱਕ ਅੱਛੀ ਸਟੱਡੀ ਲੈ ਕੇ ਸਾਨੂੰ ਕਾਫੀ ਸਪੋਰਟ ਕਰਨਗੇ। ਔਰ ਦੂਸਰਾ ਜੋ ਸਟੂਡੈਂਟਸ ਨੇ ਨਾ, ਉਹਨਾਂ ਨੂੰ ਇੱਕ ਕਾਫੀ ਅਟਰੈਕਸ਼ਨ ਰਹਿੰਦੀ ਹੈ ਕਿ ਅਸੀਂ ਫੋਰਨ ਕੰਟਰੀ ਜਾ ਕੇ ਉੱਥੇ ਹੀ ਸੈਟਲ ਹੋ ਜਾਈਏ, ਕਿਉਂਕਿ ਉਹਨਾਂ ਨੂੰ ਉਹ ਲਾਈਫ ਸਟਾਈਲ ਚੰਗਾ ਲੱਗਦਾ ਹੈ, ਉੱਥੋਂ ਦੇ ਉਹ ਲਾਜ਼ ਚੰਗੇ ਲੱਗਦੇ ਨੇ, ਉੱਥੋਂ ਦੇ ਉਹ ਨਿਯਮ ਚੰਗੇ ਲੱਗਦੇ ਨੇ, ਤਾਂ ਇਸ ਕਰਕੇ ਉਹ ਬਾਹਰ ਜਾ ਕੇ ਸੈਟਲ ਹੋਣਾ ਆਪਣੀ ਕੁਆਲਿਟੀ ਆਫ ਲਾਈਫ ਨੂੰ ਕੰਸੀਡਰ ਕਰਦੇ ਹੋਏ ਜ਼ਿਆਦਾ ਪਸੰਦ ਕਰਦੇ ਨੇ। ਜੀ, ਡਾਕਟਰ SP ਸਿੰਘ ਅਬਰਾਏ ਬਹੁਤ ਵੱਡਾ ਨਾਮ ਹੈ, ਜਿੱਥੇ ਵੱਡਾ ਨਾਮ ਹੈ ਉਹਨਾਂ ਨੇ ਵੱਡੇ ਵੱਡੇ ਕੰਮ ਵੀ ਕੀਤੇ ਨੇ।
ਸੋ ਆਕਸੀਜਨ ਪਲਾਂਟ ਜਿਹੜਾ ਹੈ ਉਹ ਪਟਿਆਲਾ ਦੇ ਵਿੱਚ ਲਗਾਇਆ, ਉਹਦੇ ਤੋਂ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਮਿਲਣ ਵਾਲਾ। ਹਮੇਸ਼ਾ ਫਾਇਦਾ ਮਿਲਦਾ ਹੈ। ਬਿਲਕੁਲ। ਸਰਬੱਤ ਦਾ ਭਲਾ ਟਰਸਟ ਜੋ ਹੈ ਨਾ, ਵਾਕਈ ਸਰਬੱਤ ਦਾ ਭਲਾ ਕਰਦਾ ਹੈ। ਜੀ ਉਹਦੇ ਵਿੱਚ ਇੱਕ ਚੀਜ਼ ਆਉਂਦੀ ਹੈ ਕਿ ਓਬਰॉय ਸਾਹਿਬ ਨਾ ਜੋ ਵੀ ਪੈਸਾ ਲਗਾਉਂਦੇ ਨੇ ਆਪਣੀ ਜੇਬ ਚੋਂ ਲਗਾਉਂਦੇ ਨੇ ਜੀ। ਹਮੇਸ਼ਾ ਉਹਨਾਂ ਨੂੰ ਇਹ ਕੰਮ ਕਰਦੇ ਦੇਖਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਹਰ ਥਾਂ ਦੇ ਉੱਤੇ ਜਿੱਥੇ ਉਹਨਾਂ ਦੀ ਲੋੜ ਹੈ ਉੱਥੇ ਆ ਕੇ ਉਹ ਖੜੇ ਹੋ ਜਾਂਦੇ ਨੇ। ਕਿਸਾਨੀ ਮੋਰਚੇ ਦੇ ਵਿੱਚ ਉਹਨਾਂ ਨੇ ਕਿੰਨਾ ਜ਼ਿਆਦਾ ਸਭ ਨੂੰ ਸਹਿਯੋਗ ਦਿੱਤਾ ਹੈ ਔਰ ਹੁਣ ਵੀ ਦੇ ਰਹੇ ਨੇ। ਔਰ ਹੁਣ ਆਕਸੀਜਨ ਦਾ ਪਲਾਂਟ ਲਗਾਉਣਾ ਹੈ ਪਟਿਆਲਾ ਦੇ ਵਿੱਚ, ਕਹਿੰਦੇ ਨੇ ਇਹ ਵੀ ਬਾਬਾ ਜੀ ਦਾ ਲੰਗਰ ਹੈ, ਇਹ ਵੀ ਸਰਬੱਤ ਦਾ ਭਲਾ ਹੈ। ਸੋ ਆਕਸੀਜਨ ਦਾ ਲੰਗਰ ਵੀ ਲਗਾਉਣ ਜਾ ਰਹੇ ਨੇ ਜੀ। ਕਿਤੇ ਦੇਖੋ ਜਿੱਥੇ ਮਕਾਨਾਂ ਦੀ ਜ਼ਰੂਰਤ ਹੈ ਉੱਥੇ ਉਹ ਪਹੁੰਚਦੇ ਨੇ ਔਰ ਆਪਣੀ ਕੈਪੈਸਿਟੀ ਦੇ ਮੁਤਾਬਿਕ ਉਹ ਏਰੀਆ ਡਿਵੈਲਪ ਕਰਦੇ ਨੇ, ਮਕਾਨ ਵੀ ਬਣਵਾਉਂਦੇ ਨੇ, ਟੁੱਟੇ ਹੋਏ ਮਕਾਨਾਂ ਨੂੰ ਰਿਪੇਅਰ ਵੀ ਕਰਵਾਉਂਦੇ ਨੇ, ਸਿਹਤ ਦੀਆਂ ਸਹੂਲਤਾਂ ਦੇਣੀ ਹੁਣ ਉੱਥੇ ਵੀ ਪਹੁੰਚਦੇ ਨੇ। ਕਿੱਥੇ ਨਹੀਂ ਪਹੁੰਚਦੇ ਓਬਰॉय ਸਾਹਿਬ? ਸਭ ਜਗ੍ਹਾ ਤੇ ਪਹੁੰਚ ਜਾਂਦੇ ਨੇ। ਜਿੱਥੇ ਕੁੜੀਆਂ ਦੇ ਵਿਆਹ ਕਰਨੇ ਹੁੰਦੇ ਨੇ ਉੱਥੇ ਵੀ ਉਹ ਸ਼ਾਮਿਲ ਹੋ ਜਾਂਦੇ ਨੇ, ਇੱਕ ਬਾਪ ਬਣ ਕੇ, ਤੇ ਖੁਦ ਆਪਣੇ ਹੱਥ ਨਾਲ ਪੱਲਾ ਫੜਾਉਂਦੇ ਨੇ, ਇੱਕ ਬਾਪ ਦਾ ਫਰਜ਼ ਅਦਾ ਕਰਦੇ ਨੇ। ਸੋ ਉਹਨਾਂ ਬੇਟੀਆਂ ਦੇ ਵਾਸਤੇ ਓਬਰॉय ਸਾਹਿਬ ਇੱਕ ਪਿਤਾ ਬਣ ਜਾਂਦੇ ਨੇ। ਹਾਲਾਂਕਿ ਪਿਤਾ ਤੇ ਉਹ ਸਭ ਦੇ ਵਾਸਤੇ ਹੀ ਨੇ ਜਿਨ੍ਹਾਂ ਦੇ ਵਾਸਤੇ ਉਹ ਕੰਮ ਆਉਂਦੇ ਨੇ, ਹਰੇਕ ਦੇ ਵਾਸਤੇ ਪਿਤਾ ਹੁੰਦੇ। ਕਹਿੰਦੇ ਪਰਮਾਤਮਾ ਇੱਕ ਪਿਤਾ ਪਰਮਾਤਮਾ ਹੁੰਦਾ, ਇੱਕ ਪਿਤਾ ਉਹ ਵੀ ਤੁਹਾਡੇ ਵਾਸਤੇ ਹੋ ਜਾਂਦਾ ਜਿਹੜਾ ਤੁਹਾਡੀ ਹੈਲਪ ਕਰਦਾ ਆਣ ਕੇ। ਬਿਲਕੁਲ ਜੀ। ਔਰ ਨਾ ਦੇਖੋ ਕਿੰਨਾ ਖੂਬਸੂਰਤ ਹੈ, ਸਰਬੱਤ ਦਾ ਭਲਾ ਜੀ। ਔਰ ਵਾਕਈ ਜਦੋਂ ਵੀ ਤੁਸੀਂ ਉਹਨਾਂ ਨਾਲ ਕਦੀ ਗੱਲਬਾਤ ਕਰੋ, ਉਹਨਾਂ ਦੀ ਇੰਟਰਵਿਊਜ਼ ਦੇਖਦੇ ਹੋ ਤੁਸੀਂ, ਤਾਂ ਤੁਸੀਂ ਉਹਦੇ ਚ ਪਾਉਂਦੇ ਹੋ ਇਹ ਚੀਜ਼ ਕਿ ਮੈਂ ਕਿੰਨੀ ਮਿਹਨਤ ਕੀਤੀ, ਕਿੱਥੋਂ ਸ਼ੁਰੂ ਹੋਏ ਨੇ ਔਰ ਕਿਸ ਮਕਾਮ ਤੇ ਪਹੁੰਚੇ ਨੇ ਔਰ ਅੱਜ ਬਾਬੇ ਦੀ ਕਿਰਪਾ ਨਾਲ ਉਸ ਜਗ੍ਹਾ ਤੇ ਖੜੇ ਨੇ ਕਿ ਦੂਸਰੇ ਦੇ ਨਾਲ ਵੀ ਮਦਦ ਕਰਨ ਵਾਸਤੇ ਖੜੇ ਹੋ ਜਾਂਦੇ ਨੇ ਜੀ। ਔਰ ਇਹ ਇਸ ਚੀਜ਼ ਨੂੰ ਕਰਕੇ ਕਹਿੰਦੇ ਮੈਨੂੰ ਅੰਦਰੋਂ ਖੁਸ਼ੀ ਮਿਲਦੀ, ਮੈਨੂੰ ਚੈਨ ਮਿਲਦਾ, ਮੈਨੂੰ ਲੱਗਦਾ ਕਿ ਮੇਰੀ ਲਾਈਫ ਦਾ ਕੋਈ ਮਤਲਬ ਹੈ। ਬਿਲਕੁਲ। ਸੋ ਇਹ ਇੱਕ ਹੋਰ ਉਹਨਾਂ ਦਾ ਕਹਿ ਸਕਦੇ ਹਾਂ ਕਾਮਯਾਬੀ ਭਰਿਆ ਕਦਮ ਹੈ ਜੋ ਪਟਿਆਲਾ ਦੇ ਵਿੱਚ ਉਹਨਾਂ ਨੇ ਆਕਸੀਜਨ ਦਾ ਪਲਾਂਟ ਲਗਾਉਣ ਦਾ ਉਦਘਾਟਨ ਕੀਤਾ ਹੈ। ਔਰ ਪਰਮਾਤਮਾ ਕਰੇ ਕਿ ਇਸੇ ਤਰ੍ਹਾਂ ਹੀ ਅੱਗੇ ਵਧਦੇ ਰਹਿਣ ਔਰ ਸਰਬੱਤ ਦਾ ਭਲਾ ਕਰਦੇ ਰਹਿਣ। ਕਿਉਂ ਨਹੀਂ, ਜ਼ਰੂਰ। ਇਹ ਸਾਡੇ ਸਾਰਿਆਂ ਵਾਸਤੇ ਖੁਸ਼ੀ ਦੀ ਗੱਲ ਹੈ ਕਿ 3 ਖੇਤੀ ਕਾਨੂੰਨ ਲੋਕ ਸਭਾ ਦੇ ਵਿੱਚ ਰੱਦ ਹੋ ਗਏ ਨੇ। ਪੂਰਾ 1 ਸਾਲ ਬੈਠੇ ਰਹੇ ਨੇ, ਦੇਖ ਲਓ। ਜਿਸ ਦਿਨ ਬਾਬਾ ਜੀ ਦਾ ਪ੍ਰਕਾਸ਼ ਉਤਸਵ ਹੈ ਉਸ ਦਿਨ ਡਿਕਲੇਅਰ ਹੋਇਆ ਹੈ 1 ਸਾਲ ਦੀ ਤਪੱਸਿਆ। ਦੇਖੋ ਸਾਰੇ ਮੌਸਮ ਝੱਲੇ ਜੀ, ਬਿਲਕੁਲ ਖੁੱਲੇ ਚ ਬੈਠੇ ਹੋਏ ਨੇ ਤੇ ਹਜੇ ਵੀ ਹਿੱਲੇ ਨਹੀਂ। ਹਜੇ ਵੀ ਕਹਿੰਦੇ ਨੇ ਕਿ ਜਦੋਂ ਤੱਕ ਪ੍ਰੈਜ਼ੀਡੈਂਟ ਸਾਹਿਬ ਦਾ ਹੁਕਮ ਨਹੀਂ ਹੋ ਜਾਂਦਾ, ਹਸਤਾਖਰ ਨਹੀਂ ਹੋ ਜਾਂਦੇ, ਉਦੋਂ ਤੱਕ ਅਸੀਂ ਇੱਥੇ ਹੀ ਬੈਠੇ ਹਾਂ। ਨਾਲ ਆਪਣੀਆਂ ਹੋਰ ਡਿਮਾਂਡਸ ਵੀ ਲੈ ਕੇ ਬੈਠੇ ਹੋਏ ਨੇ ਕਿ ਸਾਡੀਆਂ ਹੋਰ ਵੀ ਡਿਮਾਂਡਸ ਨੇ ਕਿ ਐਮਐਸਪੀ ਸ਼ਿਓਰ ਹੋਣੀ ਚਾਹੀਦੀ ਹੈ, ਕਿੰਨੀ ਹੈ ਨਿਸ਼ਚਿਤ, ਤੇ ਨਾਲ ਖਰੀਦੋ ਸਾਡੀ ਫਸਲ ਨੂੰ, ਇਹ ਵੀ ਗਾਰੰਟੀ ਹੋਣੀ ਚਾਹੀਦੀ ਹੈ। ਹੋਰ ਵੀ ਇਸ ਤੋਂ ਇਲਾਵਾ ਜਿਹੜੇ ਖੇਤੀਬਾੜੀ ਨਾਲ ਕੰਮ ਧੰਦੇ ਹੋਰ ਵੀ ਜੁੜੇ ਹੋਏ ਨੇ ਉਹਨਾਂ ਲਈ ਵੀ ਐਮਐਸਪੀ ਤੇ ਗਾਰੰਟੀ, ਦੋਵੇਂ ਚੀਜ਼ਾਂ ਉਹ ਚਾਹੁੰਦੇ ਨੇ। ਬਿਲਕੁਲ, ਕਿਉਂਕਿ ਕਿਸਾਨਾਂ ਨੂੰ ਲੱਗਦਾ ਹੈ ਜਿਹੜਾ ਹੁਣ ਮੋਰਚਾ ਬਣ ਗਿਆ, ਜਿਹੜਾ ਅੰਦੋਲਨ ਹੁਣ ਬਣ ਗਿਆ, ਦੁਬਾਰਾ ਖੜਾ ਕਰਨਾ ਬਹੁਤ ਮੁਸ਼ਕਿਲ ਹੋਏਗਾ। ਸੋ ਜਿਹੜੀਆਂ ਮੰਗਾਂ ਨੇ ਹੁਣ ਸਰਕਾਰ ਤੋਂ ਮਨਵਾਈਆਂ ਜਾ ਸਕਦੀਆਂ ਨੇ। ਸਰਕਾਰ ਨੇ ਵੀ ਹੁਣ ਅੱਗੋਂ ਹੱਥ ਜੋੜ ਦਿੱਤੇ ਹੈ ਕਿ ਹਾਂ ਅਸੀਂ ਤੁਹਾਡੀਆਂ ਸਾਰੀਆਂ ਮੰਗਾਂ ਮੰਨਣ ਨੂੰ ਤਿਆਰ ਹਾਂ, ਕਿਉਂਕਿ ਜਿਹੜਾ ਡਿਕਲੇਅਰ ਹੋ ਗਿਆ ਲੋਕ ਸਭਾ ਦੇ ਵਿੱਚ ਕਿ ਜਿਹੜਾ ਰੱਦ ਹੋ ਗਏ ਨੇ ਬਿੱਲ। ਸੋ ਸਾਰੇ ਲੋਕਾਂ ਦੇ ਚਿਹਰੇ ਤੇ ਖੁਸ਼ੀ ਹੈ, ਪਰ ਅੰਦਰੋਂ ਇਹ ਵੀ ਹੈ ਕਿ ਜਿਹੜੀਆਂ ਹੋਰ ਮੰਗਾਂ ਸਾਡੀਆਂ ਨੇ ਉਹ ਵੀ ਮੰਨ ਲਈਆਂ ਜਾਣ। ਸੋ ਇੱਕ ਇੱਕ ਕਰਕੇ ਮੰਗ ਜਿਹੜੀ ਨਿਕਲਦੀ ਆ ਰਹੀ ਹੈ ਹੁਣ ਮੋਦੀ ਸਾਹਿਬ ਨੂੰ ਮੰਨਣੀ ਵੀ ਪੈ ਰਹੀ ਹੈ। ਬਿਲਕੁਲ ਪੂਰਾ ਪ੍ਰੈਸ਼ਰ ਬਣਿਆ ਹੋਇਆ ਹੈ। ਔਰ ਜਿਹੜੀ 29 ਤਰੀਕ ਨੂੰ ਰੈਲੀ ਸੀ, ਟਰੈਕਟਰ ਰੈਲੀ ਸੰਸਦ ਤੱਕ, ਉਹ ਹਜੇ ਫਿਲਹਾਲ ਉਹਨਾਂ ਨੇ ਪੋਸਟਪੋਨ ਕੀਤੀ ਹੈ ਤੇ 4 ਦਸੰਬਰ ਨੂੰ ਦੁਬਾਰਾ ਮੀਟਿੰਗ ਹੋਣੀ ਹੈ ਜਿਹਦੇ ਉੱਤੇ ਸਾਰੇ ਮੁੱਦਿਆਂ ਦੇ ਉੱਤੇ ਨਾ ਗੱਲਬਾਤ ਹੋਣੀ ਹੈ। ਹੁਣ ਇਹਦੇ ਵਿੱਚ ਇੱਕ ਚੀਜ਼ ਦੇਖਣ ਵਾਲੀ ਹੈ ਕਿ ਸਭ ਤੋਂ ਜ਼ਿਆਦਾ ਇੰਪੋਰਟੈਂਟ ਰਣਨੀਤੀ ਕੀ ਹੋਏਗੀ ਹੁਣ ਜ਼ਿਆਦਾ, ਕਿਉਂਕਿ ਹੁਣ ਜ਼ਿਆਦਾ ਉਮੀਦਾਂ ਨੇ ਲੋਕਾਂ ਨੂੰ, ਕਿਉਂਕਿ ਹੁਣ ਜਿਹੜਾ ਹੈ ਮੇਨ ਕੰਮ ਸ਼ੁਰੂ ਹੋਣਾ ਹੈ, ਇੱਕ ਨਵਾਂ ਡਿਜ਼ਾਈਨ ਬਣਨਾ ਹੈ। ਖੇਤੀਬਾੜੀ ਦਾ ਕਿਹੜਾ ਵਿਕਾਸ ਮਾਡਲ ਬਣੇ ਉਹਦੇ ਉੱਤੇ ਸਾਰੀ ਗੱਲਬਾਤ ਹੋਣੀ ਹੈ। ਖੇਤੀਬਾੜੀ ਦਾ ਬਜਟ ਕਿਵੇਂ ਨਿਸ਼ਚਿਤ ਕੀਤਾ ਜਾਏ ਉਹਦੇ ਉੱਤੇ ਸਾਰੀ ਗੱਲਬਾਤ ਹੋਣੀ ਹੈ। ਔਰ ਪਬਲਿਕ ਨੂੰ ਇਹ ਵੀ ਦੱਸਣਾ ਹੈ ਕਿ ਨਵੀਂ ਨੁਹਾਰ ਕੀ ਹੋਏਗੀ ਖੇਤੀਬਾੜੀ ਦੀ, ਜਿਹੜੀ ਵਿਰਾਸਤੀ ਖੇਤੀ ਹੈ ਉਸ ਤੋਂ ਇਲਾਵਾ ਹੁਣ ਅੱਗੇ ਮਾਡਰਨ ਖੇਤੀ ਕਿਹੜੀ ਹੋਏਗੀ, ਪੂਰੀ ਕਿਸਾਨੀ ਨੂੰ, ਕਿਸਾਨਾਂ ਦੀ ਹਾਲਤ ਨੂੰ ਕਿਵੇਂ ਸੁਧਾਰਿਆ ਜਾਏਗਾ। ਵੱਖ-ਵੱਖ ਜਿਹੜੀਆਂ ਐਗਰੀਕਲਚਰ ਯੂਨੀਵਰਸਿਟੀਜ਼ ਨੇ ਉਹ ਕਿੰਨਾ ਸਹਿਯੋਗ ਦੇਣਗੀਆਂ, ਪੂਰੇ ਵਰਲਡ ਦੇ ਵਿੱਚ ਜਿਹੜੀਆਂ ਐਗਰੀਕਲਚਰ ਯੂਨੀਵਰਸਿਟੀਜ਼ ਨੇ ਉਹ ਕਿਵੇਂ ਸਹਿਯੋਗ ਦੇਣਗੀਆਂ, ਕਿਉਂਕਿ ਇਹ ਮੋਰਚਾ ਪੂਰੀ ਦੁਨੀਆ ਦਾ ਮੋਰਚਾ ਬਣ ਗਿਆ ਹੈ ਜਿਹੜਾ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਇਆ। ਕਹਿੰਦੇ ਇੱਕ ਪਗੜੀ ਸੰਭਾਲ ਜੱਟਾ ਉਹ ਮੋਰਚਾ ਸੀ। ਸੋ ਹੁਣ ਇੱਕ ਇਹ ਮੋਰਚਾ ਜਿਹੜਾ ਕਿਸਾਨਾਂ ਦਾ ਮੋਰਚਾ ਹੈ, ਇਹ ਵੀ ਇਤਿਹਾਸ ਦੇ ਪੰਨਿਆਂ ਦੇ ਵਿੱਚ ਇੱਕ ਸੁਨਹਿਰੀ ਅੱਖਰਾਂ ਦੇ ਨਾਲ ਲਿਖਿਆ ਜਾਣਾ ਹੈ, ਕਿਉਂਕਿ ਇਹ ਮੋਰਚੇ ਨੇ ਬਿਲਕੁਲ ਕਮਾਲ ਕਰ ਦਿੱਤੀ ਹੈ। ਕਿਤੇ ਨਾ ਕਿਤੇ ਇੰਜ ਲੱਗਦਾ ਸੀ ਕਿ ਹੁਣ ਗਰਮੀ ਵੀ ਉਹਨਾਂ ਨੇ ਝੱਲ ਲਈ ਹੈ, ਸਰਦੀ ਵੀ ਝੱਲ ਲਈ ਹੈ, ਫਿਰ ਤੋਂ ਗਰਮੀ ਸਰਦੀ ਜਿਹੜੀ ਆਉਂਦੀ ਰਹਿਣੀ ਹੈ। ਪਤਾ ਨਹੀਂ ਮੋਦੀ ਸਾਹਿਬ ਨੇ ਮੰਨਣਾ ਕਿ ਨਹੀਂ ਮੰਨਣਾ, ਪਰ ਕਿਸਾਨਾਂ ਨੇ ਆਪਣਾ ਇੱਕ ਹੱਥ ਜਿਹੜਾ ਸੀ ਉਹ ਫੜੀ ਰੱਖਿਆ ਤੇ ਮੋਦੀ ਸਾਹਿਬ ਨੂੰ ਕਿਤੇ ਨਾ ਕਿਤੇ ਹੱਥ ਜੋੜ ਕੇ ਕਹਿਣਾ ਪਿਆ ਕਿ ਹਾਂਜੀ ਮੈਨੂੰ ਮਾਫੀ ਦੇ ਦਿਓ, ਬਿੱਲ ਤੁਹਾਡੇ ਜਿਹੜੇ ਨੇ ਉਹ ਮੈਂ ਮਾਫ ਕਰ ਦੇਣੇ ਆ, ਕੈਨਸਲ ਕਰ ਦੇਣੇ ਆ। ਬਿਲਕੁਲ ਸਹੀ ਗੱਲ ਹੈ, ਪਰ ਇੱਕ ਗੱਲ ਇਹਦੇ ਵਿੱਚ ਦੇਖਣ ਵਾਲੀ ਇਹ ਹੈ ਕਿ ਬਿਲਕੁਲ ਸੰਵਿਧਾਨ ਦੇ ਮੁਤਾਬਿਕ ਕਿਸਾਨ ਬੈਠੇ ਰਹੇ ਨੇ, ਸੰਵਿਧਾਨ ਦੀ ਉਲੰਘਣਾ ਨਹੀਂ ਕੀਤੀ। ਸ਼ਾਂਤਮਈ
ਹਾਂ ਇਸ ਚੀਜ਼ ਨੂੰ ਸੈल्यूट ਹੈ ਔਰ ਐਸਾ ਐਗਜ਼ਾਮਪਲ ਕਿਤੇ ਕਿਤੇ ਦੇਖਣ ਨੂੰ ਮਿਲਦਾ ਇਤਿਹਾਸ ਦੇ ਵਿੱਚ। ਹਾਲਾਂਕਿ ਪਗੜੀ ਸੰਭਾਲ ਜੱਟਾਂ ਤੋਂ ਪਹਿਲਾਂ ਵੀ ਕਈ ਮੂਵਮੈਂਟਸ ਹੋਈਆਂ ਨੇ, ਕਿਸਾਨਾਂ ਨੇ ਚਲਾਈਆਂ ਨੇ, ਇਤਿਹਾਸ ਭਰਿਆ ਪਿਆ ਹੈ। ਹਮੇਸ਼ਾ ਕਿਸਾਨ ਖੜੇ ਹੋਏ ਨੇ ਤੇ ਜਿਹੜੇ ਕਿਸਾਨਾਂ ਦੇ ਜਾਏ ਨੇ, ਜਿਹੜੇ ਆਰਮੀ 'ਚ ਕੰਮ ਕਰਦੇ ਨੇ, ਪੁਲਿਸ 'ਚ ਕੰਮ ਕਰਦੇ ਨੇ, ਹੋਰ ਫੋਰਸ 'ਚ ਕੰਮ ਕਰਦੇ ਨੇ, ਉਹ ਖੜੇ ਹੋਏ ਨੇ। ਯਾਨੀ ਕਿ ਇੱਕ ਤਾਂ ਉਹ ਸਾਡੇ ਸਾਰਿਆਂ ਦਾ ਢਿੱਡ ਭਰਦੇ ਪਏ ਨੇ, ਇੱਕ ਸਾਡੀ ਸੁਰੱਖਿਆ ਕਰਦੇ ਪਏ ਨੇ। ਦੋਵਾਂ ਥਾਵਾਂ ਦੇ ਉੱਤੇ ਕਿਸਾਨ ਡਟਿਆ ਹੋਇਆ ਹੈ, ਜਿਹਨੂੰ ਜੈ ਜਵਾਨ ਜੈ ਕਿਸਾਨ ਦਾ ਨਾਰਾ ਦਿੱਤਾ ਗਿਆ ਸੀਗਾ। ਸਾਡੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਜੀ ਨੇ ਦਿੱਤਾ ਸੀ ਇਹ ਨਾਰਾ, ਉਹ ਬਿਲਕੁਲ ਸੱਚ ਹੈ। ਦੋਵਾਂ ਦੀ ਹੀ ਜੈ ਹੋਣੀ ਚਾਹੀਦੀ ਹੈ ਕਿਉਂਕਿ ਦੋਨਾਂ ਦੇ ਬਦੌਲਤ ਹੀ ਦੇਸ਼ ਖੜੇ ਨੇ। ਹੁਣ ਮੇਨ ਚੀਜ਼ ਇਹ ਹੈ ਕਿ ਜਿਹੜੇ ਮਾਹਿਰ ਨੇ ਉਹ ਹਮੇਸ਼ਾ ਇਸ ਚੀਜ਼ ਤੇ ਜ਼ੋਰ ਦਿੰਦੇ ਨੇ ਕਿ ਜੋ ਗਲਤੀਆਂ ਹੋ ਗਈਆਂ ਇਹ ਦੁਹਰਾਈਆਂ ਨਾ ਜਾਣ। ਜੋ ਗਲਤ ਅਸੀਂ ਕਰ ਬੈਠੇ, ਚਾਹੇ ਸਰਕਾਰੀ ਖੇਤਰ 'ਚ ਹੋਇਆ ਹੈ, ਚਾਹੇ ਪ੍ਰਾਈਵੇਟ ਖੇਤਰ 'ਚ ਹੋਇਆ ਹੈ, ਚਾਹੇ ਕਿਸਾਨਾਂ ਕੋਲੋਂ ਕੋਈ ਗਲਤੀ ਹੋਈ, ਕਿਸੇ ਕੋਲੋਂ ਵੀ ਗਲਤੀ ਹੋਈ ਹੈ, ਉਹ ਦੁਹਰਾਈਆਂ ਨਾ ਜਾਣ, ਉਹਨਾਂ ਬਾਰੇ ਕੋਈ ਗੱਲ ਵੀ ਨਾ ਹੋਵੇ। ਹਾਂ, ਉਹਨਾਂ ਦੀ ਗੱਲ ਉਦੋਂ ਹੋਵੇ ਜਦੋਂ ਉਹਨਾਂ ਦੇ ਚਰਚਾ ਕਰਕੇ ਇੱਕ ਨਵੀਂ ਚੀਜ਼ ਨਿਕਲੇ। ਤਾਂ ਅੱਜ ਸਾਰੇ ਮਾਹਿਰ ਇਸ ਚੀਜ਼ ਦੇ ਉੱਤੇ ਜ਼ੋਰ ਦੇ ਰਹੇ ਨੇ ਕਿ ਹੁਣ ਜਿਹੜੀ ਖੇਤੀ ਕੀਤੀ ਜਾਵੇ ਉਹਦਾ ਰੂਪ ਕੀ ਹੋਣਾ ਚਾਹੀਦਾ। ਬਿਲਕੁਲ। ਸੋ ਟਰੈਕਟਰ ਮਾਰਚ ਦੀ ਜਿਹੜੀ ਰੈਲੀ ਹੋਣੀ ਸੀ ਉਹਨੂੰ ਰੋਕ ਕੇ ਕਿਤੇ ਨਾ ਕਿਤੇ ਮੋਦੀ ਸਾਹਿਬ ਨੂੰ ਜਿਹੜਾ ਹੈ ਟਾਈਮ ਦਿੱਤਾ ਗਿਆ, ਮੌਕਾ ਦਿੱਤਾ ਗਿਆ ਕਿ ਹੋਰ ਜੋ ਵੀ ਉਹਨਾਂ ਨੇ ਸੋਚਣਾ ਹੈ, ਸਾਡੇ ਬਿੱਲ ਰੱਦ ਕਰਨ ਤੋਂ ਇਲਾਵਾ ਜੋ ਵੀ ਉਹਨਾਂ ਦੀਆਂ ਮੰਗਾਂ ਉਹਨਾਂ ਨੂੰ ਲੈ ਕੇ ਜੋ ਸੋਚਣਾ, ਉਸ ਦੇ ਵਾਸਤੇ ਉਹਨਾਂ ਨੇ ਸਮਾਂ ਦਿੱਤਾ ਕਿਸਾਨ ਮੋਰਚੇ ਨੇ। ਔਰ ਉਹਨਾਂ ਨੇ ਆਪਣੀ ਜਿਹੜੀ ਮੀਟਿੰਗ ਹੈ ਉਹ 4 ਦਸੰਬਰ ਨੂੰ ਰੱਖੀ ਹੈ ਤਾਂ ਕਿ ਉਹ ਆਪਣਾ ਹੋਰ ਪਲਾਨ ਬਣਾ ਸਕਣ ਕਿ ਅਸੀਂ ਆਪਣੀ ਮੀਟਿੰਗ ਦੇ ਵਿੱਚ ਕਿਹੜੇ ਪਲਾਨਸ ਜਿਹੜੇ ਨੇ ਉਹ ਸਾਰੇ ਡਿਸਕਸ ਕਰ ਲਏ ਜਾਣ। ਬਿਲਕੁਲ, ਕਿਉਂਕਿ ਇੱਥੇ ਆ ਕੇ ਨਾ ਦੋ ਕਿਸਾਨ ਨੇ, ਜਿਹੜੇ ਦੋ ਕੈਟਾਗਰੀਜ਼ ਨੇ, ਉਹ ਕਾਫੀ ਰਿਸਕ ਤੇ ਨੇ। ਇੱਕ ਤਾਂ ਹੈ ਜਿਹੜੇ ਛੋਟੇ ਕਿਸਾਨ, ਇੱਕ ਹੈਗੇ ਨੇ ਜਿਹੜੇ ਸੀਮਾਂਤ ਕਿਸਾਨ, ਜਿਹਨਾਂ ਕੋਲ ਜ਼ਮੀਨ ਬਹੁਤ ਘੱਟ ਹੈ, ਗਰੀਬ ਕਿਸਾਨ ਜਿਹਨਾਂ ਨੂੰ ਕਹਿ ਸਕਦੇ ਹਾਂ। ਉਹਨਾਂ ਵਾਸਤੇ ਖੇਤੀ ਕਰਨਾ ਕਿਉਂ ਮੁਸ਼ਕਿਲ ਹੈ? ਕਿਉਂਕਿ ਅੱਜ ਦੀ ਖੇਤੀ ਮਸ਼ੀਨਰੀ ਦੀ ਖੇਤੀ ਹੈ, ਕਾਫੀ ਖਰਚਾ ਮੰਗਦੀ ਹੈ, ਕਾਸਟ ਬਹੁਤ ਆਉਂਦੀ ਹੈ, ਪਰ ਉਹ ਇੰਨਾ ਖਰਚਾ ਕਰ ਨਹੀਂ ਸਕਦੇ। ਉਹਦੇ ਵਾਸਤੇ ਇੱਕ ਮਾਡਲ ਦੇ ਰਹੇ ਨੇ ਸਾਰੇ ਮਾਹਿਰ ਕਿ ਕੋਆਪਰੇਟਿਵ ਖੇਤੀ ਹੋਣੀ ਚਾਹੀਦੀ ਹੈ, ਸਹਿਕਾਰੀ ਖੇਤੀ ਹੋਣੀ ਚਾਹੀਦੀ ਹੈ। ਛੋਟੇ ਛੋਟੇ ਕਿਸਾਨ ਮਿਲ ਕੇ ਇੱਕ ਗਰੁੱਪ ਬਣਾ ਲੈਣ ਔਰ ਗਰੁੱਪ ਬਣਾ ਕੇ ਫਿਰ ਇਕੱਠੇ ਖੇਤੀ ਕਰਨ। ਮਿਲ ਕੇ ਜਦੋਂ ਕਰਨਗੇ ਤਾਂ ਖਰਚੇ ਘਟਣਗੇ ਕਿਉਂਕਿ ਸਾਰੇ ਜਣੇ ਪੈਸੇ ਪਾ ਕੇ ਮਸ਼ੀਨਰੀ ਲੈ ਕੇ ਆਉਣਗੇ, ਸਾਰੇ ਜਣੇ ਪੈਸੇ ਪਾ ਕੇ ਆਪਣਾ ਜਿਹੜਾ ਬਾਕੀ ਦਾ ਖਰਚਾ ਹੈ, ਖਾਦ ਦਾ ਵਗੈਰਾ ਜੋ ਵੀ ਹੈ, ਮਿਲ ਕੇ ਕਰਨਗੇ। ਉਹਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਹੋ ਸਕਦੀ ਹੈ ਕਿਉਂਕਿ ਛੋਟੇ ਛੋਟੇ ਖੇਤਾਂ ਨੂੰ ਜਦੋਂ ਇਕੱਠੇ ਮਿਲਾ ਲਿੱਤਾ ਜਾਂਦਾ ਹੈ ਤਾਂ ਕਾਫੀ ਵਾਸਟ ਏਰੀਆ ਹੋ ਜਾਂਦਾ ਹੈ। ਤਾਂ ਇਸ ਚੀਜ਼ ਨੂੰ ਸਮਝਦੇ ਹੋਏ ਜਿਹੜੇ ਕੋਆਪਰੇਟਿਵ ਬੈਂਕਸ ਵੀ ਨੇ ਉਹ ਵੀ ਅੱਗੇ ਆਏ ਨੇ, ਉਹ ਵੀ ਸਹਾਇਤਾ ਕਰ ਰਹੇ ਨੇ, ਹੋਰ ਵੀ ਸੰਸਥਾਵਾਂ ਸਹਾਇਤਾ ਕਰ ਰਹੀਆਂ ਨੇ। ਤਾਂ ਇਸ ਵਕਤ ਜਿਹੜਾ ਮਾਡਲ ਦਿੱਤਾ ਜਾ ਰਿਹਾ ਹੈ ਭਾਰਤ ਦੇ ਅੰਦਰ ਖੇਤੀ ਦਾ, ਉਹ ਸਹਿਕਾਰੀ ਖੇਤੀ ਦਾ, ਕੋਆਪਰੇਟਿਵ ਮੂਵਮੈਂਟਸ ਜਿਸ ਤਰ੍ਹਾਂ ਪਹਿਲਾਂ ਵੀ ਚੱਲੀਆਂ ਸੀ, ਕੋਆਪਰੇਟਿਵ ਸੈਕਟਰ ਦੇ ਵਿੱਚ ਕੰਮ ਕੀਤਾ ਹੈ ਔਰ ਕਾਫੀ ਅੱਗੇ ਆਈਆਂ ਨੇ ਕਈ ਕੰਪਨੀਆਂ, ਅੱਜ ਮਿਲ ਜੁਲ ਕੇ ਸਾਰੇ ਕੰਮ ਕਰ ਰਹੇ ਨੇ। ਉਸੇ ਤਰ੍ਹਾਂ ਦੀ ਮੂਵਮੈਂਟ ਚਾਹੁੰਦੇ ਨੇ ਉਹ ਖੇਤੀ ਦੇ ਫੀਲਡ ਦੇ ਵਿੱਚ, ਜੋ ਸਾਰੇ ਮਾਹਿਰ ਨੇ, ਤਾਂ ਕਿ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਦੇ ਨਾਲ ਕੋਈ ਵੀ ਜ਼ਿਆਦਤੀ ਨਾ ਹੋ ਸਕੇ। ਕਿਤੇ ਇਹ ਨਾ ਹੋਵੇ ਕਿ ਜਿਹੜੇ ਇਹ ਕਾਰਪੋਰੇਟ ਸੈਕਟਰ ਦੇ ਮਾਡਲਸ ਆਉਂਦੇ ਨੇ ਨਾ, ਉਹਨਾਂ ਕਿਸਾਨਾਂ ਨੂੰ ਮਜ਼ਦੂਰ ਬਣਾ ਦੇਣ, ਉਹਨਾਂ ਦੀ ਹੀ ਜ਼ਮੀਨ ਦੇ ਉੱਤੇ ਉਹ ਮਜ਼ਦੂਰੀ ਕਰਨ ਦਿਹਾੜੀ ਦੇ ਉੱਤੇ। ਇਹ ਰੂਪ ਨਹੀਂ ਹੋਣਾ ਚਾਹੀਦਾ। ਕਿਤੇ ਉਹ ਜ਼ਮੀਨ ਦੇ ਮਾਲਿਕ ਨੇ, ਕਿਤੇ ਉਹ ਉੱਥੇ ਮਜ਼ਦੂਰ ਬਣ ਕੇ ਰਹਿ ਜਾਣ। ਤੇ ਬੰਦੂਆ ਮਜ਼ਦੂਰ ਕੀ ਹੁੰਦਾ ਉਹ ਤਾਂ ਅਸੀਂ ਸਦੀਆਂ ਤੋਂ ਦੇਖਦੇ ਹੀ ਆ ਰਹੇ ਹਾਂ। ਜਦੋਂ ਸਰਮਾਏਦਾਰੀ ਸਿਸਟਮ ਸ਼ੁਰੂ ਤੋਂ ਚੱਲਦਾ ਸੀ, ਜਾਗੀਰਦਾਰੀ ਸਿਸਟਮ ਸ਼ੁਰੂ ਤੋਂ ਚੱਲਦਾ ਸੀ, ਹੁਣ ਉਸ ਤੋਂ ਸਾਨੂੰ ਛੁਟਕਾਰਾ ਮਿਲਿਆ ਤੇ ਇੱਕ ਨਵਾਂ ਕੋਆਪਰੇਟਿਵ ਵਾਲਾ ਜਿਹੜੀ ਸਾਡੀ ਮਜ਼ਦੂਰੀ ਤੇ ਗੁਲਾਮੀ ਸ਼ੁਰੂ ਹੋ ਜਾਵੇ, ਉਹ ਤਾਂ ਬਿਲਕੁਲ ਹੀ ਗਲਤ ਹੋਏਗਾ ਜੀ। ਔਰ ਮਿਸ਼ਨ 22 ਲੈ ਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਲੱਗੀਆਂ ਹੋਈਆਂ ਨੇ। ਕੋਈ ਕੁਝ ਦੇ ਰਿਹਾ ਹੈ, ਕੋਈ ਵਾਅਦੇ ਕਰ ਰਿਹਾ ਹੈ, ਕੋਈ ਸਕੀਮਾਂ ਦੇ ਰਿਹਾ ਹੈ, ਕੋਈ ਗਿਫਟ ਦੇ ਰਿਹਾ ਹੈ। ਸਭ ਜਣੇ ਲੱਗੇ ਹੋਏ ਨੇ ਕਿ ਵੋਟਰਸ ਨੂੰ ਭਰਮਾਉਣਾ ਕਿਵੇਂ ਹੈ, ਵੋਟਰਸ ਨੂੰ ਆਪਣੇ ਵੱਲ ਖਿੱਚਣਾ ਕਿਵੇਂ ਹੈ, ਕਿਉਂਕਿ ਉਹਨਾਂ ਦੇ ਕਲਾਇੰਟਸ ਬਣਦੇ ਨੇ ਨਾ ਉਹ ਜਦੋਂ ਤੱਕ ਵੋਟ ਨਹੀਂ ਦੇਣਗੇ ਉਦੋਂ ਤੱਕ ਇਹ ਜਿੱਤ ਨਹੀਂ ਸਕਦੇ ਤੇ ਪਾਵਰ ਦੀ ਕੁਰਸੀ ਤੇ ਬਹਿ ਨਹੀਂ ਸਕਦੇ। ਇਸ ਕਰਕੇ ਨਿਤ ਨਵੀਆਂ ਗੱਲਾਂ ਹੋ ਰਹੀਆਂ ਨੇ ਤੇ ਪਬਲਿਕ ਵੀ ਇਸ ਗੱਲ ਨੂੰ ਸਮਝਦੀ ਹੈ ਕਿ ਇਹ ਕੀ ਹੋ ਰਿਹਾ ਹੈ, ਇਹ ਡਰਾਮੇਬਾਜ਼ੀ ਕੀ, ਸਭ ਸਮਝਦੇ ਨੇ। ਅਸਲੀ ਗੱਲ ਇਹ ਹੈ ਕਿ ਉਹ ਚਿਹਰਾ ਕਿਹੜਾ ਹੈ, ਉਹ ਪਾਰਟੀ ਕਿਹੜੀ ਹੈ, ਉਹ ਵਿਕਲਪ ਕਿਹੜਾ ਹੈ ਪੰਜਾਬ ਦੇ ਲੋਕਾਂ ਕੋਲ, ਜਿਹੜਾ ਪੰਜਾਬ ਨੂੰ ਬਿਹਤਰੀ ਵੱਲ ਲੈ ਕੇ ਜਾ ਸਕੇ, ਸੁਨਹਿਰੇ ਭਵਿੱਖ ਵੱਲ ਲੈ ਕੇ ਜਾ ਸਕੇ। ਜੀ, ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਨੇ, ਬਹੁਤ ਸਾਰੇ ਵੱਡੇ ਵੱਡੇ ਵਾਅਦੇ ਜਿਹੜੇ ਨੇ ਕੀਤੇ ਜਾ ਰਹੇ ਨੇ। ਸੋ ਜੇ ਅਸੀਂ ਬੋਰਡ ਵੇਖੀਏ ਤਾਂ ਬਹੁਤ ਸਾਰੇ ਬੋਰਡ ਲੱਗੇ ਹੋਏ ਨੇ। ਜੇ ਇਹ ਬੋਰਡ ਸੱਚਮੁੱਚ ਕੰਮ ਕਰਦੇ ਹੋਣ, ਬੋਰਡ ਦੇ ਵਿੱਚ ਜੋ ਜਿਨ੍ਹਾਂ ਦੀਆਂ ਫੋਟੋਆਂ ਅਸੀਂ ਦੇਖਦੇ ਹਾਂ, ਸੱਚਮੁੱਚ ਜੇ ਕੰਮ ਕਰਨ ਤਾਂ ਇੱਕ ਸੋਹਣਾ ਪੰਜਾਬ ਬਣ ਸਕਦਾ ਹੈ। ਫਿਰ ਤੋਂ ਉਹੀ ਪੰਜਾਬ ਸੋਨੇ ਦੀ ਚਿੜੀ ਜਿਹਨੂੰ ਕਹਿੰਦੇ ਸੀ ਬਣ ਸਕਦਾ ਹੈ ਜੇ ਇਹ ਹੀ ਕੰਮ ਕਰਨ। ਕਿਸੇ ਨੂੰ ਬਾਹਰ ਜਾਣ ਦੀ ਵੀ ਲੋੜ ਨਹੀਂ ਹੋਏਗੀ। ਪਰ ਇੱਥੇ ਵਾਅਦੇ ਕੀਤੇ ਜਾ ਰਹੇ ਨੇ, ਲਾਲਚ ਦਿੱਤੇ ਜਾ ਰਹੇ ਨੇ। ਪਿੱਛੇ ਜੇ ਇੱਕ ਵੱਡਾ ਵਾਅਦਾ ਵੀ ਕੀਤਾ ਗਿਆ ਔਰਤਾਂ ਨੂੰ ਲੈ ਕੇ ਕਿ 1000 ਰੁਪਇਆ ਜਿਹੜਾ ਉਹਨਾਂ ਦੇ ਖਾਤੇ ਦੇ ਵਿੱਚ ਪਾਇਆ ਜਾਊਗਾ। ਸੋ ਉਸ ਨੂੰ ਲੈ ਕੇ ਜਿਹੜੀ ਵੂਮਨ ਕਮਿਸ਼ਨ ਜਿਹੜੀ ਹੈ ਪਰਸਨ ਉਹਨਾਂ ਦੇ ਜਿਹੜੇ ਨੇ, ਉਹਨਾਂ ਨੇ ਮਨੀਸ਼ਾ ਗਲਾਟੀ ਜੀ ਨੇ ਕਿਹਾ ਸੀ ਕਿ ਔਰਤਾਂ ਨੂੰ 1000 ਰੁਪਏ ਦੇ ਵਿੱਚ ਮਤਲਬ ਖਰੀਦਣ ਦੀ ਗੱਲ ਕੀਤੀ ਜਾ ਰਹੀ ਹੈ, ਕਿਉਂਕਿ ਸਰਕਾਰਾਂ ਕਰਦੀਆਂ ਨੇ ਕਿ ਤੁਹਾਨੂੰ ਆਹ ਚੀਜ਼ ਦੇਵਾਂਗੇ। ਮੋਬਾਈਲ ਦੇਣ ਦੀ ਗੱਲ ਕੀਤੀ ਗਈ ਸੀ ਪਹਿਲਾਂ,
ਜਦੋਂ ਪਹਿਲਾਂ ਸਰਕਾਰ ਬਣਨੀ ਸੀ। ਸੋ ਹੁਣ ਔਰਤਾਂ ਨੂੰ ਉਹਨਾਂ ਦੀਆਂ ਵੋਟਾਂ ਨੂੰ ਲੈਣ ਵਾਸਤੇ ਉਹਨਾਂ ਨੂੰ ਲਾਲਚ ਦਿੱਤਾ ਜਾ ਰਿਹਾ ਕਿ ਤੁਹਾਨੂੰ 1000 ਰੁਪਏ ਦਿੱਤਾ ਜਾਊਗਾ, ਭਾਵੇਂ ਤੁਹਾਡੀ ਪੈਨਸ਼ਨ ਲੱਗੀ ਹੋਈ, ਬੁਢਾਪਾ ਪੈਨਸ਼ਨ ਲੱਗੀ ਹੈ, ਪਰ ਉਸ ਤੋਂ ਇਲਾਵਾ ਵੀ ਤੁਹਾਨੂੰ ਜਿਹੜੇ ਪੈਸੇ ਆ ਉਹ ਦਿੱਤੇ ਜਾਓਗੇ। ਕੋਈ ਇਹਨਾਂ ਨੂੰ ਪੁੱਛੇ ਕਿ ਕਰਜ਼ੇ ਲੈ ਕੇ ਤਾਂ ਤੁਸੀਂ ਸਭ ਕੁਝ ਚਲਾਉਂਦੇ ਪਏ ਹੋ ਜੀ, 3 ਲੱਖ ਕਰੋੜ ਦਾ ਕਰਜ਼ਾ ਹੈ ਤਕਰੀਬਨ, ਇਹੀ ਆંકੜੇ ਕਹਿੰਦੇ ਪਏ ਨੇ ਕਿ ਇੰਨਾ ਕਰਜ਼ਾ ਹੈ ਤੇ 20,000 ਕਰੋੜ ਸਾਲਾਨਾ ਵਿਆਜ ਦੇਣਾ ਪੈਂਦਾ ਹੈ। ਜੀ, ਸੋ ਇਹ ਸਾਰੀਆਂ ਸਕੀਮਾਂ ਕਿੱਥੋਂ ਚੱਲਣਗੀਆਂ, ਪੈਸਾ ਕਿੱਥੋਂ ਆਊਗਾ? ਪੁਆਇੰਟ ਇਹ ਹੈ, ਉਹਦੇ ਵਾਸਤੇ ਕਿਸੇ ਕੋਲ ਕੋਈ ਉੱਤਰ ਨਹੀਂ ਜੀ, ਉਹਦੇ ਵਾਸਤੇ ਕਿਸੇ ਕੋਲ ਕੋਈ ਸੋਰਸ ਨਹੀਂ, ਕੁਝ ਨਹੀਂ ਦੱਸਿਆ ਜਾ ਰਿਹਾ। ਬਸ ਇਹ ਕਹਿ ਰਹੇ ਨੇ ਕਿ ਅਸੀਂ ਜੀ ਹਿਸਾਬ ਕਿਤਾਬ ਲਗਾ ਕੇ ਦੇਖ ਰਹੇ ਹਾਂ, ਸਭ ਕੁਝ ਠੀਕ ਹੈ। ਇਹ ਜਰਨਲ ਗੱਲ ਹੈ ਨਾ, ਜੇ ਸਭ ਕੁਝ ਠੀਕ ਹੈ ਉਹ ਹਿਸਾਬ ਕਿਤਾਬ ਪਬਲਿਕ ਦੇ ਅੱਗੇ ਰੱਖੋ। ਰੱਖਦੇ ਕਿਉਂ ਨਹੀਂ? ਇਹਦਾ ਮਤਲਬ ਹੈ ਤੁਸੀਂ ਸਫੇਦ ਝੂਠ ਬੋਲਦੇ ਪਏ ਹੋ, ਤੁਹਾਡੇ ਕੋਲ ਕੋਈ ਹਿਸਾਬ ਕਿਤਾਬ ਨਹੀਂ ਹੈ, ਤੁਸੀਂ ਸਿਰਫ ਆਪਣੀ ਵੋਟ ਬੈਂਕ ਤਿਆਰ ਕਰਦੇ ਪਏ, ਹੋਰ ਕੁਝ ਨਹੀਂ ਕਰ ਰਹੇ ਹੋ। ਹੁਣ ਮੇਨ ਗੱਲ ਇਹ ਹੈ ਕਿ ਪਬਲਿਕ ਕਦੋਂ ਤੱਕ ਇਸ ਚੀਜ਼ ਨੂੰ ਬਰਦਾਸ਼ਤ ਕਰੇਗੀ, ਔਰ ਦੂਸਰੀ ਗੱਲ, ਧੋਖਾ ਕਿਹਨੂੰ ਦੇ ਰਹੇ ਹੋ? ਧੋਖਾ ਤਾਂ ਤੁਸੀਂ ਕਿਸੇ ਨੂੰ ਦੇ ਨਹੀਂ ਸਕਦੇ। ਕਿਉਂ? ਅੱਜ ਪਬਲਿਕ ਬਹੁਤ ਜ਼ਿਆਦਾ ਜਾਗਰਤ ਹੈ, ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਤਾਂ ਹਰ ਗੱਲ ਮਿੰਟਾਂ ਸੈਕਿੰਡਾਂ 'ਚ ਫੈਲ ਜਾਂਦੀ ਹੈ। ਜਿਹੜੀ ਗੱਲ ਤੁਸੀਂ ਹੁਣੇ ਕਰਤੀ ਸਾਰੀ ਦੁਨੀਆ 'ਚ ਫੈਲ ਜਾਣੀ ਹੈ, 10 ਮਿੰਟ ਨਹੀਂ ਲੱਗਦੇ। 10 ਮਿੰਟ ਵੀ ਮੈਂ ਜ਼ਿਆਦਾ ਕਹਿ ਰਿਹਾ। ਸੋ ਗੱਲ ਇਹ ਹੈ ਕਿ ਪਬਲਿਕ ਇੰਨੀ ਜਾਗਰੂਕ ਹੋ ਚੁੱਕੀ ਹੈ, ਸਭ ਕੁਝ ਇੰਨਾ ਐਡਵਾਂਸ ਹੋ ਚੁੱਕਾ ਹੈ। ਤੁਸੀਂ ਉਹ ਪੁਰਾਣੇ ਮੈਥਡਸ ਔਰ ਪੁਰਾਣੀਆਂ ਗੱਲਾਂ ਕਿੱਦਾਂ ਚੱਲੇਗਾ? ਪੁਰਾਣੇ ਮੈਥਡਸ ਅਪਲਾਈ ਕਰਕੇ ਨਵੇਂ ਰਿਜ਼ਲਟ ਕਦੀ ਨਹੀਂ ਆ ਸਕਦੇ। ਜੇ ਨਵੇਂ ਰਿਜ਼ਲਟ ਲੈ ਕੇ ਆਉਣੇ ਨੇ ਤਾਂ ਮਾਡਰਨ ਮੈਥਡਸ ਅਪਲਾਈ ਕਰਨੇ ਪੈਣਗੇ। ਤੇ ਮਾਡਰਨ ਮੈਥਡਸ ਇਹ ਨੇ ਕਿ ਹਰ ਚੀਜ਼ ਸੱਚਾਈ ਦੇ ਉੱਤੇ ਆਧਾਰਿਤ ਹੋਵੇ, ਪਾਰਦਰਸ਼ੀ ਹੋਵੇ, ਕ੍ਰਿਸਟਲ ਕਲੀਅਰ ਹੋਵੇ, ਸਭ ਨੂੰ ਦਿਖੇ ਕਿ ਤੁਸੀਂ ਕੀ ਕਰਨ ਜਾ ਰਹੇ ਹੋ, ਔਰ ਤੁਹਾਡੇ ਕੋਲ ਵਿਕਾਸ ਦਾ ਮਾਡਲ ਮੌਜੂਦ ਹੈ, ਸਟ੍ਰੈਟਜੀ ਮੌਜੂਦ ਹੈ, ਪਲੈਨਿੰਗ ਮੌਜੂਦ ਹੈ। ਐਵੇਂ ਹੀ ਹਵਾ 'ਚ ਗੱਲਾਂ ਨਹੀਂ ਕਰਦੇ ਪਏ ਤੁਸੀਂ। ਬਿਲਕੁਲ। ਸੋ ਇਹ ਜਿਹੜੇ ਵਾਅਦੇ ਕੀਤੇ ਜਾ ਰਹੇ ਨੇ, ਵੱਡੇ ਵੱਡੇ ਦਾਅਵੇ ਜਿਹੜੇ ਨੇ ਉਹ ਵੀ ਕੀਤੇ ਜਾ ਰਹੇ ਨੇ ਕਿ ਅਸੀਂ ਆਹ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ, ਪਰ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਵੀ ਟਵੀਟ ਕਰਕੇ ਕਦੀ ਕਿਸੇ ਨੂੰ ਫੜ ਲੈਂਦੇ ਨੇ, ਕਦੀ ਕਿਸੇ ਤੇ ਟਵੀਟ ਕਰ ਦਿੰਦੇ ਨੇ। ਉਹ ਵੀ ਕਹਿੰਦੇ ਨੇ ਕਿ ਆਪਣੀ ਸਰਕਾਰ ਤੇ ਵੀ ਟਵੀਟ ਕਰਦੇ ਨੇ ਕਿ ਮੇਰੀ ਸਰਕਾਰ ਜਿਹੜੀ ਹੈ ਬਹੁਤ ਸਾਰੇ ਵਾਅਦੇ ਕਰਤਾ ਰਹੀ ਹੈ। ਉਹਨਾਂ ਨੇ ਵੀ ਜੋੜ ਘਟਾਓ ਕਰਕੇ ਸਾਰਾ ਦੱਸਿਆ ਸੀ ਕਿ ਅਸੀਂ ਇੰਨਾ ਕਰਜ਼ਾ ਦੇਣਾ, ਪਰ ਸਰਕਾਰ ਕਹਿੰਦੀ ਅਸੀਂ ਆ ਵੀ ਕਰ ਦਿਆਂਗੇ, ਅਸੀਂ ਬਿਜਲੀ ਦਰਾਂ ਵੀ ਘੱਟ ਕਰ ਦਿਆਂਗੇ। ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੇ ਆਪਣੇ ਇੱਕ ਟਵੀਟ ਦੇ ਵਿੱਚ ਗਿਣਾਈਆਂ ਸੀ। ਸੋ ਉਹਨਾਂ ਚੀਜ਼ਾਂ ਦੇ ਵੱਲ ਧਿਆਨ ਦਿੱਤਾ ਜਾ ਰਿਹਾ, ਪਰ ਮੁੱਦਿਆਂ ਨੂੰ ਕੋਈ ਨਹੀਂ ਚੱਕ ਰਿਹਾ। ਨਸ਼ੇ ਦੇ ਮੁੱਦਾ ਕੋਈ ਨਹੀਂ ਚੱਕ ਰਿਹਾ, ਬੇਅਦਬੀ ਦਾ ਮੁੱਦਾ ਕੋਈ ਨਹੀਂ ਚੱਕ ਰਿਹਾ, ਲੋਕਾਂ ਨੂੰ ਭਰਮਾਉਣ ਦੀ ਗੱਲ ਕੀਤੀ ਜਾ ਰਹੀ ਹੈ। ਬਿਲਕੁਲ, ਕਿਉਂਕਿ ਮੁੱਦਿਆਂ ਦੇ ਉੱਤੇ ਬੇਸਡ ਹੀ ਹੁੰਦੀ ਹੈ ਪੋਲਿਟਿਕਸ। ਜੀ, ਇਸ਼ੂਜ਼ ਦੇ ਉੱਤੇ ਬੇਸਡ ਹੈ, ਕਿਉਂਕਿ ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਇਜ਼ ਇਸ਼ੂ ਬੇਸਡ ਪੋਲਿਟਿਕਸ। ਜਦ ਤੱਕ ਮੁੱਦੇ ਨੇ ਉਦੋਂ ਤੱਕ ਤੁਸੀਂ ਉਹਨਾਂ ਨੂੰ ਆਧਾਰ ਬਣਾ ਕੇ ਪਬਲਿਕ ਦੇ ਵਿੱਚ ਆਪਣਾ ਖੇਡ ਸਕਦੇ ਹੋ। ਜੇ ਮੁੱਦੇ ਹੀ ਖਤਮ ਹੋ ਗਏ ਤਾਂ ਫਿਰ ਤੁਸੀਂ ਕਿਸ ਨੂੰ ਆਧਾਰ ਬਣਾ ਕੇ ਆਪਣਾ ਖੇਡੋਗੇ? ਕਹਿੰਦੇ ਨੇ ਜੀ ਇਹ ਪਬਲਿਕ ਦੀ ਸੇਵਾ ਕਰਨ ਵਾਸਤੇ ਮੁੱਦੇ ਚਾਹੀਦੇ ਨੇ, ਤੇ ਜੇ ਮੁੱਦੇ ਖਤਮ ਹੋ ਗਏ ਤਾਂ ਪਬਲਿਕ ਦੀ ਸੇਵਾ ਕਿਵੇਂ ਕਰਾਂਗੇ? ਇਸ ਨੂੰ ਕਈ ਲੋਕ ਤੰਜ਼ ਦੇ ਰੂਪ ਦੇ ਵਿੱਚ ਵੀ ਲੈਂਦੇ ਨੇ, ਮਜ਼ਾਕ ਦੇ ਰੂਪ ਦੇ ਵਿੱਚ ਵੀ ਲੈਂਦੇ ਨੇ, ਪਰ ਸਹੀ ਗੱਲ ਇਹ ਹੈ ਇੱਕ ਸੀਰੀਅਸ ਮਜ਼ਾਕ ਹੈ। ਔਰ ਉਹਦੇ 'ਚ ਸੀਰੀਅਸ ਗੱਲ ਇਹ ਹੈ ਕਿ ਜੇ ਤੁਸੀਂ ਵਾਕਈ ਹੀ ਪੰਜਾਬ ਦੇ ਭਵਿੱਖ ਨੂੰ ਲੈ ਕੇ ਸੀਰੀਅਸ ਹੋ ਤਾਂ ਬਾਕੀ ਫਿਰ ਉਹ ਗੱਲ ਕਰੋ ਜਿਹੜੀ ਗੱਲ ਕਰਨੀ ਬਣਦੀ ਹੈ। ਐਵੇਂ ਗੱਲਾਂ ਕਰਨ ਦਾ ਕੋਈ ਮਤਲਬ ਨਹੀਂ, ਕੋਈ ਫਾਇਦਾ ਨਹੀਂ, ਕਿਉਂਕਿ ਪਬਲਿਕ ਸਭ ਕੁਝ ਜਾਣਦੀ ਹੈ। ਜੀ, ਸੋ ਮੈਨੂੰ ਲੱਗਦਾ ਹੈ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿੰਨੀਆਂ ਵੀ ਅਸੀਂ ਕਰੰਟ ਨਿਊਜ਼ ਲਈਆਂ ਨੇ ਉਹਨਾਂ ਤੇ ਵੱਖਰੇ ਵੱਖਰੇ ਵਿਊਜ਼ ਜਿਹੜੇ ਨੇ ਆਪਣੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਅਗਲੀ ਵਾਰ ਨਵੀਂ ਨਿਊਜ਼ ਦੇ ਨਾਲ ਤੇ ਨਵੇਂ ਵਿਊਜ਼ ਦੇ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ। ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।